कि ये कोई वड्डी गल नहीं हैगी जिस्म दिखा के दूजिਆਂ ਨੂੰ मतलब फेमस होना ਜਾਂ ਫੇਮ ਲੈਣਾ। ਇਹ ਤੁਸੀਂ ਇੱਥੇ ਫੇਮਸ ਹੋ ਜਾਓਗੇ ਹੈ ਨਾ, ਤੁਸੀਂ ਪਰਮਾਤਮਾ ਨੂੰ ਕੱਲ੍ਹ ਕੀ ਮੂੰਹ ਦਿਖਾਓਗੇ। ਸੋਸ਼ਲ ਮੀਡੀਆ ਤੇ ਜਿਹੜੀਆਂ ਅੱਜ ਕੱਲ੍ਹ ਲੜਕੀਆਂ ਬਹੁਤ ਜੀ ਜਿਹੜੇ ਆ ਆਪਣਾ ਜਿਸਮ ਦੀ ਨੁਮਾਇਸ਼ ਕਰ ਰਹੇ ਹਨ। ਇੱਦਾਂ ਦੇ ਖਿਆਲ ਆਉਂਦੇ ਨੇ ਕਿ ਇਹਨੇ ਕੀ ਪਾਇਆ ਹੋਇਆ, ਜਾਂ ਫਿਰ ਮੁੰਡੇ ਉਹਨਾਂ ਨੂੰ ਦੇਖਦੇ ਨੇ, ਉਹਨਾਂ ਦੇ ਮਨ ਵਿੱਚ ਗਲਤ ਵਿਚਾਰ ਆਉਂਦੇ ਨੇ ਕਿ ਇੱਦਾਂ ਦਾ ਪਹਿਨਣਾ, ਸਾਨੂੰ ਉਹ ਪਹਿਰਾਵਾ ਨਹੀਂ ਪਹਿਨਣਾ ਚਾਹੀਦਾ ਆ ਜਿਹਦੇ ਨਾਲ ਜਿਹੜੇ ਸਾਡੇ ਖਿਆਲ ਜਿਹੜੇ ਆ ਉਹ ਗਲਤ ਹੋਣ, ਨੈਗੇਟਿਵ ਹੋਣ। ਅਤੇ ਮੇਰਾ ਉਹਨਾਂ ਨੂੰ ਇਹੀ ਜਿਹੜਾ ਆ ਹੈਗਾ ਆ ਸੰਦੇਸ਼ ਹੈਗਾ ਆ, ਜਿਹੜੇ ਮਤਲਬ ਮਾਂ ਬਾਪ ਆਪਣੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਸਪੋਰਟ ਕਰਦੇ ਹੈਗੇ ਆ ਕਿ ਇਹ ਗਲਤ ਗੱਲ ਹੈਗੀ ਆ। ਆਪਣੇ ਜਿਸਮ ਨੂੰ ਦਿਖਾਉਣਾ ਕਿਹੜੀ ਵੱਡੀ ਗੱਲ ਹੈਗੀ ਆ ਨਾ। ਤੁਸੀਂ ਆਪਣੇ ਜਿਸਮ ਨੂੰ ਦਿਖਾ ਕੇ ਕਿਹੜੀ ਖੂਬਸੂਰਤੀ ਦਿਖਾਉਣਾ ਚਾਹੁੰਦੇ ਆ ਨਾ। ਤੁਹਾਡੇ ਗੁਣਾਂ ਤੋਂ ਤੁਹਾਡੀ ਜਿਹੜੀ ਖੂਬਸੂਰਤੀ ਦੀ ਪਹਿਚਾਣ ਹੁੰਦੀ ਹੈਗੀ ਆ, ਤੁਹਾਡੇ ਕੰਮ ਤੋਂ, ਤੁਹਾਡੇ ਬੋਲ ਚਾਲ ਤੋਂ, ਕਿ ਜਿੱਦਾਂ ਤੁਹਾਡਾ ਬੋਲਣਾ ਆ, ਤੁਸੀਂ ਚੰਗਾ ਬੋਲੋ, ਮਾੜਾ ਨਾ ਬੋਲੋ, ਕਿ ਦੂਜਿਆਂ ਦੇ ਮਨ ਦੇ ਵਿੱਚ ਵਿਕਾਰ ਪੈਦਾ ਹੋਣ ਅਤੇ ਉਹ ਵੀ ਤੁਹਾਨੂੰ ਉਸੇ ਤਰੀਕੇ ਦਾ ਬੋਲਣ। ਸਭ ਤੋਂ ਵੱਡਾ ਤਾਂ ਸੰਦੇਸ਼ ਉਹਨਾਂ ਨੂੰ ਆ ਕਿ ਤੁਸੀਂ ਥੋੜ੍ਹਾ ਸੋਚ ਸਮਝ ਕੇ ਆਪਣੀਆਂ ਜਿਹੜੀਆਂ ਵੀਡੀਓਜ਼ ਬਣਾਓ, ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆ, ਹੋਣ ਵਾਲੀ ਜਿਹੜੀ ਪੀੜ੍ਹੀ ਚੱਲ ਰਹੀ ਆ ਉਹ ਨਗਨ ਹੋ ਰਹੀ ਆ, ਹੈ ਨਾ, ਜਿਸਮ ਦਿਖਾ ਰਹੀ ਆ ਥੋੜ੍ਹਾ। ਪਰ ਜਿਹੜੇ ਇਹ ਰੀਸ ਲਾ ਰਹੇ ਆ ਬਾਹਰਲੇ ਕਲਚਰਸ ਦੀ, ਹੈ ਨਾ, ਜਿੱਦਾਂ ਬਾਹਰ ਕਲਚਰ ਦੇ ਵਿੱਚ ਉਹਨਾਂ ਦਾ ਕਲਚਰ ਹੈ। ਮੰਮੀ ਕਹਿੰਦੇ ਕਿ ਉਹ ਦੌਰ ਚਲਾ ਗਿਆ ਤੇਰੇ ਹਿਸਾਬ ਨਾਲ, ਤੂੰ ਫਿਰ ਦੁਮਾਲਾ ਲਾ ਕੇ, ਗਾਤਰਾ ਲਾ ਕੇ ਤੂੰ ਉਹੀ ਆਪਣੀ ਜਿਹੜੀ ਆ ਲੁਕਿੰਗ ਦੇ ਵਿੱਚ ਆਵੇਂ, ਅਤੇ ਉਹ ਦੁਨੀਆ ਜਿਹੜੀ ਤੈਨੂੰ ਪਤਾ ਜੀਣ ਨਹੀਂ ਦਿੰਦੀ। ਫਿਰ ਘਰਦਿਆਂ ਨੂੰ ਕਿਤੇ ਨਾ ਕਿਤੇ ਖਦਸ਼ਾ ਦਾ ਜਾਂ ਡਰ ਸੀਗਾ ਕਿ ਮਾਹੌਲ ਜਿਹੋ ਜਿਹਾ ਅੱਜ ਕੱਲ੍ਹ ਹੈਗਾ ਆ ਵੀ ਧੀ ਰਾਣੀ ਕਿਤੇ ਗੁਰਦੁਆਰਾ ਸਾਹਿਬ ਗਈ ਆ, ਉੱਥੇ ਦਾ ਮਾਹੌਲ ਦੇਖ ਕੇ ਪ੍ਰਭਾਵਿਤ ਜ਼ਰੂਰ ਹੋਈ ਆ, ਚੰਗੀ ਗੱਲ ਆ, ਪਰ ਉਹਨਾਂ ਨੂੰ ਅੰਦਰੋਂ ਅੰਦਰ ਡਰ ਵੀ ਸੀਗਾ ਕਿ ਅੰਮ੍ਰਿਤ ਛਕ ਲੈ, ਕਿ ਕਿਤੇ 2 ਹਫ਼ਤੇ ਜਾਂ 2 ਮਹੀਨੇ ਬਾਅਦ ਕਿਤੇ ਆ ਕਿ ਅੰਮ੍ਰਿਤ ਦੀ ਜਿਹੜੀ ਦਾਤ ਲਈ ਹੈ ਕਿਤੇ ਉਸ ਤੋਂ ਫਿਰ ਬੇਮੁਖ ਵੱਲ ਨਾ ਹੋ ਜਾਏ। ਉਸ ਤੋਂ ਬਿਹਤਰ ਹੈ ਕਿ ਅੰਮ੍ਰਿਤ ਨਾ ਹੀ ਛਕਿਆ ਜਾਵੇ, ਬੇਅਦਬੀ ਨਾ ਕੀਤੀ ਜਾਵੇ। ਅਤੇ ਅੰਮ੍ਰਿਤ ਛਕਣ ਤੋਂ ਪਹਿਲਾਂ ਮੈਂ ਕੀਰਤਨ ਸਿੱਖਣਾ ਸ਼ੁਰੂ ਕਰ ਦਿੱਤਾ ਸੀ, ਅਤੇ ਮੈਨੂੰ ਦੁਮਾਲਾ ਬੰਨ੍ਹਣ ਦਾ ਵੀ ਸ਼ੌਂਕ ਉਦੋਂ ਤੋਂ ਹੀ ਆ ਗਿਆ ਸੀ ਜਦੋਂ ਮੈਂ ਉਸ ਆਨੰਦ ਕਾਰਜ 'ਤੇ ਗਈ ਸੀ ਭਾਈ ਸਾਹਿਬ ਜੀ ਦੇ। ਅਤੇ ਮੈਂ ਘਰ ਵੈਸੇ ਹੀ ਬੰਨ੍ਹ ਕੇ ਦੇਖਣਾ, ਭਾਈ ਸਾਹਿਬ ਦਾ ਜਿਹੜਾ ਆਪਣੇ ਪਰਨਾ ਚੱਕਣਾ ਉਹ ਬੰਨ੍ਹ ਲੈਣਾ, ਪਾਪਾ ਦੀ ਪੱਗ ਦੇਖਣੀ, ਉਹਦਾ ਦੁਮਾਲਾ ਬਣਾ ਲੈਣਾ। ਕੀਰਤਨ ਵਾਲੇ ਪਾਸੇ ਨੂੰ ਕਿਸ ਤਰ੍ਹਾਂ ਰੁਝਾਨ ਬਣਿਆ ਕਿ ਜਦੋਂ ਤੁਸੀਂ ਸਿੱਖ ਪਹਿਲਾਂ ਗੁਰਦੁਆਰਾ ਸਾਹਿਬ ਗਏ ਸੀ, ਉੱਥੋਂ ਮਨ ਬਣਿਆ ਕਿ ਮੈਂ ਸਿੱਖੀ ਵਾਲੇ ਰਸਤੇ ਤੁਰਾਂ, ਇਸ ਤਰ੍ਹਾਂ ਹੀ ਕੋਈ ਕਿਸੇ ਵੱਲ ਵੇਖ ਕੇ ਜਾਂ ਕਿਸ ਤਰ੍ਹਾਂ ਤੁਹਾਡੇ 'ਤੇ ਕਿਰਪਾ ਹੋਈ? ਉਹ ਜਿਹੜੇ ਸਾਨੂੰ ਸਿਖਾਉਂਦੇ ਸੀਗੇ ਹਾਰਮੋਨੀਅਮ, ਅਤੇ ਉਦੋਂ ਮੇਰਾ ਜਿਹੜਾ ਸੀਗਾ ਮਨ ਸੀਗਾ ਕਿ ਮੈਂ ਸਿੰਗਰ ਬਣੂੰਗੀ, ਕੋਈ ਵੱਡੀ ਕਲਾਕਾਰਾਂ ਨੂੰ ਦੇਖ ਦੇਖ ਕੇ ਆ ਜਾਂਦਾ ਸੀ ਮਨ ਵਿੱਚ, ਇੰਨਾ ਵਧੀਆ ਫੇਮਸ ਹੈਗੇ, ਮੈਨੂੰ ਵੀ ਫੇਮ ਮਿਲੂਗਾ। ਅੱਜ ਕੱਲ੍ਹ ਦੇ ਮਾਹੌਲ ਦੀ ਗੱਲ ਕਰ ਲਈ, ਅੱਜ ਕੱਲ੍ਹ ਕੁੜੀਆਂ ਦਾ ਇੱਕੋ ਹੀ ਸੁਪਨਾ ਹੁੰਦਾ ਹੈ ਕਿ ਇੱਥੋਂ ਦੀ ਪੜ੍ਹਾਈ ਮੁਕੰਮਲ ਕਰਕੇ, ਚਾਹੇ ਉਹ 12ਵੀਂ ਹੈ, ਚਾਹੇ BA ਹੈ, ਜਾਂ ਕੋਈ ਟੈਕਨੀਕਲ ਐਜੂਕੇਸ਼ਨ ਲੈ ਕੇ ਵਿਦੇਸ਼ ਜਾਣਾ ਹੈ, ਅਤੇ ਜਾਂ ਫਿਰ ਇੱਥੇ ਰਹਿ ਕੇ ਵੱਖ-ਵੱਖ ਜਿਹੜੇ ਖੇਤਰਾਂ ਦੇ ਵਿੱਚ ਆਪਣੀਆਂ ਸੇਵਾਵਾਂ ਦੇਣੀਆਂ ਨੇ। ਕੀਰਤਨ ਵਾਲੇ ਪਾਸੇ ਜਿਹੜੇ ਆ ਬਹੁਤ ਘਾਟ ਇੱਕ ਹੈਗੀ ਹੈ ਕਿ ਬੀਬੀਆਂ ਦੀ, ਸਾਡੀਆਂ ਭੈਣਾਂ ਦੀ। ਕਿਵੇਂ, ਕੀ ਸੋਚ ਕੇ ਆਏ? ਕਿਉਂਕਿ ਇੱਕ ਦੌਲਤ ਅਤੇ ਇੱਕ ਸ਼ੋਹਰਤ ਪਾਉਣਾ ਹਰ ਕਿਸੇ ਦਾ ਸੁਪਨਾ ਹੁੰਦਾ ਕਿ ਮੇਰੇ ਕੋਲ ਬਹੁਤ ਸਾਰੀ ਮਾਇਆ, ਬਹੁਤ ਸਾਰਾ ਧਨ ਵੀ ਹੋਵੇ, ਪੈਸਾ ਵੀ ਹੋਵੇ, ਅਤੇ ਮੇਰਾ ਨਾਮ ਵੀ ਹੋਵੇ ਇਲਾਕੇ ਭਰ ਵਿੱਚ, ਜ਼ਿਲ੍ਹੇ ਭਰ ਵਿੱਚ, ਸੂਬੇ 'ਚ। ਉਸ ਤੋਂ ਬਾਅਦ ਫਿਰ ਜਿਹੜੀ ਆ ਤਾਂਘ ਜਿਹੜੀ ਇੱਛਾ ਹੈ ਵੱਧਦੀ ਜਾਂਦੀ ਕਿ ਮੇਰਾ ਨੈਸ਼ਨਲ ਪੱਧਰ 'ਤੇ ਨਾਮ ਹੋ ਜਾਏ, ਇੰਟਰਨੈਸ਼ਨਲ ਪੱਧਰ 'ਤੇ ਨਾਮ ਹੋ ਜਾਏ। ਤੁਸੀਂ ਇਸ ਪਾਸੇ ਕਿਵੇਂ ਆਏ? ਪਰਮਾਤਮਾ ਦੇ ਨਾਮ ਨੂੰ ਨਾਲ ਰੱਖਦੇ ਹੋਏ ਜਿਹੜੀ ਕਮਾਈ ਦਾ ਸਾਧਨ ਵੀ ਬਹੁਤ ਜ਼ਰੂਰੀ ਹੁੰਦਾ ਆ, ਕਿ ਸਿਰਫ ਪਰਮਾਤਮਾ ਦਾ ਨਾਮ ਲੈਣ ਨਾਲ ਘਰ ਨਹੀਂ ਚੱਲ ਸਕਦਾ, ਹੈ ਨਾ। ਅਤੇ ਪਰਮਾਤਮਾ ਦਾ ਨਾਮ ਲੈਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਮੈਨੂੰ ਪਹਿਲੀ ਗੱਲ ਤਾਂ ਇਹ ਕਿ ਮਾਇਆ ਦਾ ਕੋਈ ਲਾਲਚ ਨਹੀਂ ਹੈਗਾ ਕਿ ਮੈਨੂੰ ਜਿੱਥੇ ਸਮਾਗਮ 'ਤੇ ਜਾਣਾ ਉੱਥੋਂ ਮਾਇਆ ਮਿਲੇ,
ਤੇ ਜਿਹੜੇ ਸਾਡੇ ਉਸਤਾਦ ਆ ਨਿਸ਼ਾਨ ਸਿੰਘ ਜੀ, ਉਹਨਾਂ ਨੇ ਸਾਨੂੰ ਇਹ ਗੱਲ ਪਹਿਲੇ ਦਿਨ ਤੋਂ ਸਮਝਾ ਦਿੱਤੀ ਆ ਕਿ ਜੇ ਤੁਸੀਂ ਮਾਇਆ ਦੇ ਪਿੱਛੇ ਦੌੜਨ ਲੱਗ ਪਏ ਨਾ ਤੇ ਤੁਹਾਡੀ ਤਰੱਕੀ ਜਿਹੜੀ ਆ ਉਹ ਰੁਕ ਜਾਣੀ ਆ। ਤੁਸੀਂ ਇੱਕ ਤਰ੍ਹਾਂ ਦਾ ਮਾਇਆ ਦੇ ਪਿੱਛੇ ਦੌੜੋਗੇ, ਜੇ ਤੁਹਾਡੇ ਪਿੱਛੇ ਤੁਸੀਂ ਤਰੱਕੀ ਕਰ ਲਈ ਫਿਰ ਮਾਇਆ ਤੁਹਾਡੇ ਪਿੱਛੇ ਆਊਗੀ। ਡਾਕ ਟੈਲੀਵਿਜ਼ਨ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਗੋਬਿੰਦਜੀਤ ਸਿੰਘ ਤੁਹਾਡਾ ਦੋਸਤ ਇੱਕ ਵਾਰੀ ਫਿਰ ਤੋਂ ਕਰਦਾ ਹਾਂ ਸਵਾਗਤ। ਸਮੇਂ-ਸਮੇਂ ਤੇ ਅਸੀਂ ਚੰਗੀਆਂ ਵੀਡੀਓਜ਼ ਲੈ ਕੇ ਨਵੀਆਂ ਜਾਣਕਾਰੀਆਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਿੰਦੇ ਹਾਂ, ਹਾਜ਼ਰ ਹੁੰਦੇ ਰਹਿੰਦੇ ਹਾਂ। ਤਾਂ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਸਮਾਜ ਦੇ ਵਿੱਚ ਕੁਝ ਵੱਖਰਾ ਵਿਲੱਖਣ ਕਰਨ ਵਾਲੀਆਂ ਸ਼ਖਸੀਅਤਾਂ, ਚਾਹੇ ਕਿਸੇ ਵੀ ਉਮਰ, ਕਿਸੇ ਵੀ ਵਰਗ, ਕਿਸੇ ਵੀ ਖਿੱਤੇ ਦੇ ਉਹ ਹੋਣ, ਉਹਨਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹੀਏ। ਪਿੱਛੇ ਜਿਹੇ ਇੱਕ ਕਿੱਸਾ ਬਹੁਤ ਮਸ਼ਹੂਰ ਹੋਇਆ ਸੀਗਾ ਕਿ ਇੱਕ ਨੌਜਵਾਨ ਲੜਕੇ ਨੇ ਆਤਮ ਹੱਤਿਆ ਕਰ ਲਈ ਮਾਯੂਸ ਹੋ ਕੇ। ਮਾਲਵੇ ਦੇ ਇਲਾਕੇ ਦਾ ਉਹ ਨੌਜਵਾਨ ਸੀ, ਕਿਉਂਕਿ ਇੱਕ ਲੜਕੀ ਦੇ ਨਾਲ ਉਸਨੇ ਜ਼ਿੰਦਗੀ ਜਿਉਣ ਦਾ, ਜ਼ਿੰਦਗੀ ਕੱਟਣ ਦਾ ਜਿਹੜਾ ਸੁਪਨਾ ਦੇਖਿਆ ਸੀ। ਲੜਕੀ ਵਿਦੇਸ਼ ਜਾ ਕੇ ਮੁੱਕਰ ਗਈ ਤੇ ਉਸ ਤੋਂ ਬਾਅਦ ਲੱਖਾਂ ਹੀ ਕਮੈਂਟਸ ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨ ਵਰਗ ਵੱਲੋਂ ਕੀਤੇ ਜਾਣ ਲੱਗੇ, ਮਾਯੂਸੀ ਭਰੇ ਕਮੈਂਟਸ ਕਿ ਲੜਕੀਆਂ ਧੋਖੇਬਾਜ਼ ਹੁੰਦੀਆਂ ਨੇ। ਇਸ ਦੇ ਨਾਲ ਹੀ ਬਹੁਤ ਸਾਰੇ ਨੌਜਵਾਨ ਲੜਕਿਆਂ ਦਾ ਨਹੀਂ, ਲੜਕੀਆਂ ਦਾ ਵੀ ਦਿਲ ਟੁੱਟ ਗਿਆ ਕਿ ਸ਼ਾਇਦ ਨੌਜਵਾਨਾਂ ਦੇ ਵਿੱਚ ਬਹੁਤਾਤ ਦੇ ਵਿੱਚ ਝੂਠ ਦਾ ਪਸਾਰਾ ਹੋ ਗਿਆ ਏ। ਹਰ ਕੋਈ ਸ਼ਾਇਦ ਫੁਕਰਪੁਣੇ ਦੇ ਵਿੱਚ ਲਬਰੇਜ਼ ਹੋ ਗਿਆ ਹੈ। ਪਰੰਤੂ ਅੱਜ ਜਿਸ ਸ਼ਖਸੀਅਤ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਇੱਕ ਤਾਂ ਉਹ ਹੈ ਹੀ ਨੌਜਵਾਨ ਲੜਕੀ, ਦੂਸਰਾ ਉਸਨੇ ਮਿਸਾਲ ਕਾਇਮ ਕੀਤੀ ਹੈ। ਲੰਬੇ ਸਮੇਂ ਤੋਂ ਗੁਰੂ ਦੇ ਲੜ ਲੱਗੀ ਹੋਈ ਹੈ ਗੁਰਸਿੱਖ ਲੜਕੀ, ਦਮਾਲਾ ਸਿਰ ਤੇ ਸਜਾਉਂਦੀ ਹੈ। ਗੱਲਾਂ ਬਾਤਾਂ ਕਰਦੇ ਹਾਂ। ਸਾਡੇ ਨਾਲ ਅੱਜ ਮੌਜੂਦ ਹੈ ਖੁਦ ਕਿਰਨਦੀਪ ਕੌਰ। ਮੇਰੇ ਕੈਮਰਾਮੈਨ ਫੋਕਸ ਕਰਨਗੇ ਕਿਰਨਦੀਪ ਕੌਰ ਦੇ ਉੱਤੇ। ਕਿਰਨਦੀਪ ਜੀ, ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਤੇ ਨਾਲ ਦੀ ਨਾਲ ਦੱਸਦੇ ਚੱਲੀਏ ਕਿ ਅਸੀਂ ਕੁਝ ਦਿਨ ਪਹਿਲਾਂ ਸਟੋਰੀ ਲੈ ਕੇ ਹਾਜ਼ਰ ਹੋਏ ਸੀ। ਨਿਸ਼ਾਨ ਸਿੰਘ ਜੀ ਸਾਡੇ ਨਾਲ ਸੀ, ਜੋ ਮਿਊਜ਼ਿਕ ਦੀ ਜਿਹੜੀ ਸਿੱਖਿਆ ਦੇ ਰਹੇ ਨੇ, ਗੁਰਮਤ ਸੰਗੀਤ ਦੀ ਸਿੱਖਿਆ ਬੱਚਿਆਂ ਨੂੰ ਦੇ ਰਹੇ ਨੇ। ਤਕਰੀਬਨ 390 ਯਾਨੀ 400 ਦੇ ਕਰੀਬ ਬੱਚਿਆਂ ਨੂੰ ਸਿਖਲਾਈ ਦੇ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਕਿਰਨਦੀਪ ਕੌਰ ਵੀ ਹੈ। ਕਿਰਨ ਚੰਗਾ ਬੁਲਾਰਾ ਵੀ ਜਿਹੜੀ ਆ ਬਣ ਚੁੱਕੀ ਹੈ। ਗੱਲਬਾਤ ਕਰਦੇ ਹਾਂ। ਕਿਰਨ, ਇੱਕ ਵਾਰੀ ਫਿਰ ਤੋਂ ਸਤਿ ਸ਼੍ਰੀ ਅਕਾਲ ਤੇ ਡਾਕ ਟੈਲੀਵਿਜ਼ਨ ਤੇ ਤੁਹਾਡਾ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਫਿਰ ਤੋਂ ਤੁਸੀਂ ਜਿਹੜੇ ਆ ਤੁਹਾਨੂੰ ਦੁਨੀਆ ਦੇ ਸਾਹਮਣੇ ਰੂਬਰੂ ਕਰਾਇਆ ਹੈਗਾ ਆ। ਅਤੇ ਤੁਹਾਨੂੰ ਅੱਜ ਮੈਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ ਕਿ ਕਿਵੇਂ ਮੈਨੂੰ ਇਹ ਰਸਤਾ ਚੁਣਿਆ, ਮੈਨੂੰ ਕਿੱਥੋਂ ਇੰਨੀ ਮੋਟੀਵੇਸ਼ਨ ਮਿਲੀ, ਪਹਿਲਾਂ ਦੀ ਮੇਰੀ ਲਾਈਫ ਦੇ ਵਿਚਾਰ, ਹੁਣ ਦੀ ਲਾਈਫ ਦੇ ਵਿਚਾਰ, ਇਹਨਾਂ ਦੇ ਵਿੱਚ ਕੀ ਡਿਫਰੈਂਸ ਹੈਗਾ, ਸਾਰਾ ਕੁਝ ਤੁਹਾਡੇ ਨਾਲ ਹੁਣ ਮੈਂ ਸਾਂਝਾ ਕਰਾਂਗੀ। ਕਿਰਨ, ਗੱਲਬਾਤ ਸ਼ੁਰੂ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਤੁਹਾਡੇ ਪਰਿਵਾਰਕ ਪਿਛੋਕੜ ਬਾਰੇ ਜਾਣਨਾ ਚਾਹਾਂਗੇ ਕਿ ਤੁਹਾਡਾ ਪਰਿਵਾਰਕ ਪਿਛੋਕੜ ਕਿਹੋ ਜਿਹਾ ਰਿਹਾ, ਕਿਉਂਕਿ ਤੁਸੀਂ ਸਿਰ ਦੇ ਉੱਤੇ ਦਮਾਲਾ ਸਜਾਉਂਦੇ ਹੋ, ਕੇਸਕੀ ਸਜਾਉਂਦੇ ਹੋ, ਗੁਰੂ ਦੇ ਲੜ ਲੱਗੇ ਹੋਏ ਹੋ, ਅੰਮ੍ਰਿਤ ਵੀ ਤੁਸੀਂ ਛਕਿਆ ਹੋਇਆ ਹੈ। ਸ਼ੁਰੂਆਤ ਕਿੱਥੋਂ ਹੁੰਦੀ ਹੈ ਗੁਰੂ ਦੇ ਲੜ ਲੱਗਣ ਦੀ, ਸਿੱਖੀ ਵੱਲ ਜਾਣ ਦੀ, ਗੁਰੂ ਸਾਹਿਬ ਦੇ ਦਿਖਾਏ ਮਾਰਗ 'ਤੇ ਚੱਲਣ ਦੀ ਸ਼ੁਰੂਆਤ ਕਿੱਥੋਂ? ਮੇਰਾ ਪਰਿਵਾਰਕ ਪਿਛੋਕੜ, ਸਾਰਾ ਪਰਿਵਾਰ ਵੈਸੇ ਤਾਂ ਸਿੱਖੀ ਦੇ ਨਾਲ ਜੁੜਿਆ ਹੋਇਆ ਆ, ਗੁਰੂ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਆ। ਅਤੇ ਪਰ ਸਾਡੀ ਫੈਮਿਲੀ ਵਿੱਚੋਂ ਮੰਮਾ ਦਾ ਪਹਿਲਾਂ ਤੋਂ ਸੁਪਨਾ ਸੀ ਕਿ ਉਹਨਾਂ ਨੇ ਅੰਮ੍ਰਿਤ ਛਕਣਾ, ਪਰ ਕਈ ਕਾਰਨਾਂ ਦੇ ਕਰਕੇ ਜਿਹੜਾ ਨਹੀਂ ਛਕ ਸਕੇ। ਅਤੇ ਬਾਅਦ ਵਿੱਚ ਅਸੀਂ ਗਏ ਸੀ ਰਾਮਪੁਰ ਖੇੜਾ ਸਾਹਿਬ, ਇੱਥੇ ਗੜਦੀਵਾਲ ਗੁਰਦੁਆਰਾ ਸਾਹਿਬ ਆ, ਸੰਤ ਬਾਬਾ ਹਰਨਾਮ ਸਿੰਘ ਜੀ ਦਾ। ਉਹਨਾਂ ਦੇ ਗੁਰਦੁਆਰੇ ਗਏ ਸੀਗੇ। ਸਾਡੇ ਪਿੰਡ ਦੇ ਬਾਬਾ ਗਿਆਨੀ ਸੁੱਚਾ ਸਿੰਘ ਜੀ ਨੇ, ਉਹਨਾਂ ਦਾ ਬੇਟਾ ਭਾਈ ਧਨਵੰਤ ਸਿੰਘ, ਜਿਨ੍ਹਾਂ ਤੋਂ ਪਹਿਲਾਂ ਮੈਂ ਕੀਰਤਨ ਦੀ ਜਿਹੜੀ ਸਿੱਖਿਆ ਲਈ ਸੀ, ਉਹ ਉੱਥੇ ਦੇ ਰਾਗੀ ਨੇ। ਅਤੇ ਉਹਨਾਂ ਦੇ ਉੱਥੇ ਵਿਆਹ ਆਨੰਦ ਕਾਰਜ ਹੋਣੇ ਸੀ ਅਤੇ ਉਹਨਾਂ ਨੇ ਸਾਨੂੰ ਉੱਥੇ ਸੱਦਾ ਦਿੱਤਾ ਸੀ ਅਤੇ ਸਾਰਾ ਪਿੰਡ ਗਿਆ ਸੀ ਉੱਥੇ। ਅਤੇ ਉੱਥੇ ਦਾ ਮਾਹੌਲ ਇੱਕ ਇੰਨਾ ਜ਼ਿਆਦਾ ਵਧੀਆ ਮਾਹੌਲ ਸੀ ਕਿ ਮੈਂ ਉਹ ਤੋਂ ਇੰਨੀ ਮੋਟੀਵੇਟ ਹੋਈ ਕਿ ਮੈਂ ਮੰਮੀ ਨੂੰ ਆ ਕੇ ਕਹਿਣ ਲੱਗ ਪਈ, ਕਿਉਂਕਿ ਉੱਥੇ ਜਿਹੜੇ ਸਾਡੇ ਭਾਈ ਸਾਹਿਬ ਸੀਗੇ, ਭਾਈ ਧਨਵੰਤ ਸਿੰਘ ਜੀ, ਉਹਨਾਂ ਦੀ ਜਿਹੜੀ ਵਾਈਫ ਸੀ, ਉਹਨਾਂ ਦੀ ਪਿਛਲੀ ਫੈਮਿਲੀ ਸਾਰੇ ਹੀ ਬਹੁਤ ਹੀ ਵਧੀਆ ਸਿੱਖੀ ਨਾਲ ਜੁੜੇ ਹੋਏ ਸੀ, ਗੁਰੂ ਸਾਹਿਬ ਨਾਲ ਜੁੜੇ। ਉਹਨਾਂ ਸਾਰਿਆਂ ਨੇ ਦਮਾਲਾ ਸਜਾਇਆ ਹੋਇਆ ਸੀ। ਅਤੇ ਉੱਥੇ ਦਾ ਜਿਹੜਾ ਉਹਨਾਂ ਦੀ ਸ਼ਾਦੀ ਇੱਦਾਂ ਨਹੀਂ, ਅੱਜ ਕੱਲ੍ਹ ਦੇ ਤੁਸੀਂ ਵਿਆਹ ਦੇਖੇ ਹੋਣਗੇ ਕਿ ਪੈਲਸਾਂ ਦੇ ਵਿੱਚ ਡੀਜਿਆਂ ਦੇ ਨਾਲ ਕਰਦੇ ਆ, ਗਾਣੇ ਵਗੈਰਾ ਨਾ, ਨਾਚ ਸੰਗੀਤ ਕਰਦੇ ਹੈਗੇ ਆ, ਬਟ ਉਹਨਾਂ ਨੇ ਇੱਦਾਂ ਦਾ ਕੁਝ ਨਹੀਂ ਕੀਤਾ ਸੀ। ਗੁਰੂ ਸਾਹਿਬ ਜੀ ਦੀ ਬਾਣੀ ਨੂੰ ਉਹਨਾਂ ਨੇ ਮੁੱਖ ਰੱਖਦੇ ਹੋਏ ਆਨੰਦ ਕਾਰਜ ਕਰਾਏ ਸੀ ਆਪਣੇ। ਅਤੇ ਉੱਥੋਂ ਉਹਨਾਂ ਦੀ ਜਿਹੜੇ ਸਾਰੀ ਫੈਮਿਲੀ ਸੀਗੀ, ਉਹਨਾਂ ਨੂੰ ਦੇਖ ਕੇ ਮੈਂ ਬਹੁਤ ਜ਼ਿਆਦਾ ਮੈਨੂੰ ਉਤਸ਼ਾਹ ਮਿਲਿਆ ਉੱਥੋਂ ਕਿ ਮੈਨੂੰ ਵੀ ਇਸ ਰਸਤੇ 'ਤੇ ਚੱਲਣਾ ਚਾਹੀਦਾ ਆ। ਮੈਨੂੰ ਬਹੁਤ ਵਧੀਆ ਲੱਗਾ ਸੀ। ਫਿਰ ਜਦੋਂ ਉਹਨਾਂ ਦਾ ਆਨੰਦ ਕਾਰਜ ਹੋ ਗਿਆ, ਮੈਂ ਮੰਮੀ ਨਾਲ ਘਰ ਆ ਕੇ ਗੱਲ ਕੀਤੀ, ਮੰਮਾ ਨੇ ਪਾਪਾ ਦੇ ਨਾਲ ਕੀਤੀ, ਕਿਉਂਕਿ ਪਹਿਲਾਂ ਸਭ ਕੁਝ ਤੁਹਾਨੂੰ ਪਤਾ ਹੀ ਹੈ ਕਿ ਮਾਂ ਬਾਪ ਕਹਿੰਦੇ ਕਿ ਬੱਚੇ 'ਤੇ ਥੋੜ੍ਹਾ ਪ੍ਰਭਾਵ ਰਹਿੰਦਾ ਹੈਗਾ ਕਿਸੇ ਚੀਜ਼ ਤੋਂ ਗੁਜ਼ਰਦਾ। ਅਤੇ ਮੰਮੀ ਨੇ ਕਿਹਾ ਸੀਗਾ ਚਲੋ ਠੀਕ ਆ, ਕੋਈ ਗੱਲ ਨਹੀਂ, ਤੂੰ ਹਾਲੇ ਇਸ ਚੀਜ਼ ਨੂੰ ਨਵਾਂ ਦੇਖਿਆ ਹੈ ਨਾ, ਅਤੇ ਤੇਰੇ 'ਤੇ ਨਵਾਂ ਪ੍ਰਭਾਵ ਰਹੇਗਾ, ਹਫ਼ਤਾ 2 ਹਫ਼ਤਾ ਮਹੀਨਾ ਰਹੇਗਾ, ਫਿਰ ਚਲਾ ਜਾਣਾ ਤੂੰ, ਜਿਸ ਮਾਹੌਲ ਦੇ ਵਿੱਚ ਫਿਰ ਆਉਣਾ ਉਸੇ ਮਾਹੌਲ ਦੀ ਫਿਰ ਬਣ ਜਾਣਾ। ਅਤੇ ਮੈਂ ਮੰਮੀ ਨੂੰ ਕਿਹਾ ਨਹੀਂ ਮੰਮੀ ਜੀ, ਮੈਂ ਅੰਮ੍ਰਿਤ ਛਕਣਾ ਹੈਗਾ ਆ। ਮੰਮੀ ਜੀ ਨੇ ਮੈਨੂੰ 1 ਮਹੀਨਾ 2 ਮਹੀਨੇ ਲਾਰੇ ਲਾਏ। ਮੈਂ ਇੱਥੇ ਤੱਕ ਕਿ ਰੋਈ ਵੀ। 1 ਮਹੀਨਾ ਅਗਲੀ ਸੰਗਰਾਂਦ 'ਤੇ, ਤੈਨੂੰ ਪਤਾ ਹੀ ਸੰਗਰਾਂਦ 'ਤੇ ਅੰਮ੍ਰਿਤ ਛਕਾਉਂਦੇ ਨੇ। ਫਿਰ ਸੰਗਰਾਂਦ 'ਤੇ ਮੀਂਹ ਪੈਣ ਲੱਗ ਪਿਆ ਅਤੇ ਥੋੜ੍ਹਾ ਜਿਹਾ ਪਰਮਾਤਮਾ ਦੇ ਨਾਲ ਵੀ ਗਿਲਾ ਹੋ ਗਿਆ ਕਿ ਮੈਂ ਤਾਂ ਅੰਮ੍ਰਿਤ ਛਕਣਾ ਆ। ਫਿਰ
ਮੰਮੀ ਨੇ ਕਿਹਾ, ਮੰਮੀ ਇਸ ਗੱਲ ਤੋਂ ਡਰਦੇ ਸੀਗੇ ਕਿ ਸਾਡੇ ਜਿਹੜੀ ਸੁਸਾਇਟੀ ਆ ਉਹ ਕਿੱਦਾਂ ਦੀ ਹੈਗੀ ਆ ਨਾ, ਕਿ ਮੈਂ ਅੰਮ੍ਰਿਤ ਪਹਿਲਾਂ ਛਕ ਲਵਾਂ ਤੇ ਉਹਦਾ ਹਫਤਾ 2 ਹਫਤੇ ਮੈਨੂੰ ਚਾਅ ਰਵੇ ਹੈ ਨਾ, ਸ਼ੌਂਕ ਰਵੇ ਇੱਕ ਤਰ੍ਹਾਂ ਦਾ, ਮੈਂ ਮਾਡਰਨ ਬਣ ਜਾਵਾਂ, ਅੰਮ੍ਰਿਤ ਛਕਿਆ ਆ। ਤੇ ਬਾਅਦ ਵਿੱਚ ਮੈਨੂੰ ਉਹ ਚੰਗੀਆਂ ਚੀਜ਼ਾਂ ਨਾ ਲੱਗਣ, ਉਹ ਦੌਰ ਚਲਾ ਗਿਆ ਹੈ ਨਾ, ਕਿ ਮੰਮੀ ਕਹਿੰਦੇ ਕਿ ਉਹ ਦੌਰ ਚਲਾ ਗਿਆ ਤੇਰੇ ਹਿਸਾਬ ਨਾਲ, ਤੂੰ ਫਿਰ ਦੁਮਾਲਾ ਲਾ ਕੇ ਗਾਤਰਾ ਲਾ ਕੇ ਤੂੰ ਉਹੀ ਆਪਣੀ ਵਾਲੀ ਆਪਣੀ ਜਿਹੜੀ ਆ ਲੁਕਿੰਗ ਦੇ ਵਿੱਚ ਆਵੇਂ, ਤੇ ਉਹ ਦੁਨੀਆ ਜਿਹੜੀ ਤੈਨੂੰ ਪਤਾ ਜੀ ਨਹੀਂ ਦਿੰਦੀ ਫਿਰ। ਤੇ ਮੈਂ ਕਿਹਾ ਨਹੀਂ ਮੰਮੀ, ਮੈਂ ਹੁਣ ਇਸੇ ਰਾਹ ਦੇ ਉੱਤੇ ਚੱਲਣਾ ਆ। ਤੇ ਫਿਰ ਮੰਮੀ ਨੇ ਕਿਹਾ ਚਲੋ ਠੀਕ ਆ। ਫਿਰ ਮੰਮੀ ਨੇ ਵੀ ਨਾਲ ਹੀ ਮੇਰੇ ਅੰਮ੍ਰਿਤਪਾਨ ਕੀਤਾ ਸੀਗਾ। ਅਸੀਂ ਜਲੰਧਰ ਨਿਰਮਲ ਕੁਟੀਆ ਜੋਲਾਂ ਤੋਂ ਆਪਾਂ ਅੰਮ੍ਰਿਤਪਾਨ ਕੀਤਾ ਸੀ, ਉੱਥੋਂ ਸਾਨੂੰ ਫਿਰ ਇਹ ਮਿਲਿਆ ਸੀ ਸਾਰਾ ਕੁਝ। ਤੇ ਬਹੁਤ ਬਹੁਤ ਧੰਨਵਾਦੀ ਹਾਂ ਪਰਮਾਤਮਾ ਦੇ, ਉਹਨਾਂ ਨੇ ਸਾਨੂੰ ਆਪਣੇ ਲੜ ਲਾਇਆ। ਯਾਨੀ ਘਰਦਿਆਂ ਨੂੰ ਕਿਤੇ ਨਾ ਕਿਤੇ ਖਦਸ਼ਾ ਦਾ ਜਾਂ ਡਰ ਸੀਗਾ ਕਿ ਮਾਹੌਲ ਜਿਹੋ ਜਿਹਾ ਅੱਜ ਕੱਲ੍ਹ ਹੈਗਾ ਆ ਵੀ ਧੀ ਰਾਣੀ ਕਿਤੇ ਗੁਰਦੁਆਰਾ ਸਾਹਿਬ ਗਈ ਆ, ਉੱਥੇ ਦਾ ਮਾਹੌਲ ਦੇਖ ਕੇ ਪ੍ਰਭਾਵਿਤ ਜ਼ਰੂਰ ਹੋਈ ਆ, ਚੰਗੀ ਗੱਲ ਆ, ਪਰ ਉਹਨਾਂ ਨੂੰ ਅੰਦਰੋਂ ਅੰਦਰ ਡਰ ਵੀ ਸੀਗਾ ਕਿ ਅੰਮ੍ਰਿਤ ਛਕ ਲਏਗੀ ਕਿਤੇ 2 ਹਫ਼ਤੇ ਜਾਂ 2 ਮਹੀਨੇ ਬਾਅਦ ਕਿਤੇ ਆ ਕਿ ਅੰਮ੍ਰਿਤ ਦੀ ਜਿਹੜੀ ਦਾਤ ਲਈ ਹੈ ਕਿਤੇ ਉਸ ਤੋਂ ਫਿਰ ਬੇਮੁਖ ਵੱਲ ਨਾ ਹੋ ਜਾਏ। ਉਸ ਤੋਂ ਬਿਹਤਰ ਹੈ ਕਿ ਅੰਮ੍ਰਿਤ ਨਾ ਹੀ ਛਕਿਆ ਜਾਵੇ, ਬੇਅਦਬੀ ਨਾ ਕੀਤੀ ਜਾਵੇ। ਹਾਂਜੀ। ਤੇ ਫਿਰ ਜਦੋਂ ਪਹਿਲਾਂ ਮੈਂ ਅੰਮ੍ਰਿਤ ਛਕਿਆ ਸੀ, ਫਿਰ ਮੇਰੀ ਕੀਰਤਨ ਵੱਲ ਲੱਗਣ ਲੱਗਦੀ ਗਈ। ਤੇ ਅੰਮ੍ਰਿਤ ਛਕਣ ਤੋਂ ਪਹਿਲਾਂ ਮੈਂ ਕੀਰਤਨ ਸਿੱਖਣਾ ਸ਼ੁਰੂ ਕਰ ਦਿੱਤਾ ਸੀ, ਤੇ ਮੈਨੂੰ ਦਮਾਲਾ ਬੰਨ੍ਹਣ ਦਾ ਵੀ ਸ਼ੌਂਕ ਉਦੋਂ ਤੋਂ ਹੀ ਆ ਗਿਆ ਸੀ, ਜਦੋਂ ਮੈਂ ਉਸ ਆਨੰਦ ਕਾਰਜ 'ਤੇ ਗਈ ਸੀ ਭਾਈ ਸਾਹਿਬ ਜੀ ਦੇ। ਤੇ ਮੈਂ ਘਰ ਵੈਸੇ ਹੀ ਬੰਨ੍ਹ ਕੇ ਦੇਖਣਾ, ਭਾਈ ਸਾਹਿਬ ਦਾ ਜਿਹੜਾ ਆਪਣੇ ਪਰਨਾ ਚੱਕਣਾ ਉਹ ਬੰਨ੍ਹ ਲੈਣਾ, ਪਾਪਾ ਦੀ ਪੱਗ ਦੇਖਣੀ ਉਹਦਾ ਦਮਾਲਾ ਬਣਾ ਲੈਣਾ। ਤੇ ਮੰਮੀ ਨੂੰ ਵੈਸੇ ਤਾਂ ਚੰਗਾ ਲੱਗਣਾ ਇਹ ਸਭ, ਪਰ ਮੰਮੀ ਡਰਦੇ ਹੁੰਦੇ ਸੀ ਕਿਤੇ ਨਾ ਕਿਤੇ ਕਿ ਜੇ ਇਹ ਇਸ ਰਸਤੇ 'ਤੇ ਆਈ ਤੇ ਇਹਨੂੰ ਤੁਰ ਨਿਭਾਏ, ਨਹੀਂ ਤਾਂ ਇਸ ਰਸਤੇ ਜਾਣ ਦਾ ਕੋਈ ਫਾਇਦਾ ਨਹੀਂ, ਜੇ ਨਿਭਾਉਣਾ ਤਾਂ ਹੀ ਤੁਰੇ। ਤੇ ਫਿਰ ਮੰਮੀ ਥੋੜ੍ਹਾ ਜਿਹਾ ਸੰਕੋਚ ਕਰਦੇ ਸੀਗੇ ਕਿ ਮੈਂ ਇਸ ਮਤਲਬ ਦਮਾਲਾ ਨਾ ਸਜਾਵਾਂ। ਪਰ ਤੁਹਾਨੂੰ ਪਤਾ ਆ, ਫਿਰ ਮੇਰੇ ਜਿਹੜੇ ਪਾਪਾ ਆ ਉਹਨਾਂ ਨੇ ਕਿਹਾ, ਉਹਨਾਂ ਨੇ ਮੈਨੂੰ ਪੂਰਾ ਸਪੋਰਟ ਕੀਤਾ। ਮੇਰੇ ਵੀਰੇ ਨੇ ਵੀ ਮੈਨੂੰ ਪੂਰਾ ਸਪੋਰਟ ਕੀਤਾ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਦਮਾਲਾ ਬੰਨ੍ਹ ਲੈਂਦੇ ਹੈ ਨਾ, ਕਿ ਜਿੱਦਾਂ ਅਸੀਂ ਇਹਨੂੰ ਇਹ ਨੈਗੇਟਿਵ ਨਹੀਂ ਹੋਊਗੀ, ਸਗੋਂ ਇਹਨੂੰ ਵਧੀਆ ਮੋਟੀਵੇਸ਼ਨ ਮਿਲੂਗੀ, ਪਰਮਾਤਮਾ ਦਾ ਮਿਹਰ ਭਰਿਆ ਹੱਥ ਰਹੂਗਾ ਇਹਦੇ ਉੱਤੇ ਹੈ ਨਾ। ਤੇ ਫਿਰ ਮੰਮੀ ਨੇ ਥੋੜ੍ਹਾ ਟਾਈਮ ਗੁੱਸਾ ਵਗੈਰਾ ਕੀਤਾ, ਮੰਮੀ ਦੇ ਗੁੱਸੇ ਨੂੰ ਟੱਪ ਕੇ ਤੇ ਫਿਰ ਮੈਂ ਦਮਾਲਾ ਸਜਾਉਣਾ ਸ਼ੁਰੂ ਕਰ ਦਿੱਤਾ ਸੀਗਾ। ਫਿਰ ਹੌਲੀ ਹੌਲੀ ਮੰਮੀ ਨੇ ਦੇਖਿਆ ਕਿ ਇਸ ਮਾਹੌਲ ਦੇ ਵਿੱਚ ਹੀ ਰਹਿਣਾ ਇਹਨੇ, ਤੇ ਬਾਕੀ ਪਰਮਾਤਮਾ ਦੀ ਬਹੁਤ ਮਿਹਰ ਆ, ਉਹਨਾਂ ਨੇ ਸਾਨੂੰ ਆਪਣੇ ਲੜ ਲਾਇਆ ਹੈਗਾ ਵਾ। ਤੇ ਉਹਨਾਂ ਦੀ ਮਿਹਰ ਦੇ ਨਾਲ ਇਹੀ ਆ ਕਿ ਪੂਰੀਆਂ ਰਹਿਤਾਂ ਦੇ ਵਿੱਚ ਰਹਿੰਦੇ ਆ। ਪੂਰੀਆਂ ਰਹਿਤਾਂ ਦੇ ਵਿੱਚ ਰਹਿੰਦੇ ਹੋ। ਫਿਰ ਕੀਰਤਨ ਜਿਹੜਾ ਤੁਸੀਂ ਕਰਨਾ ਕਦੋਂ ਕੋਈ ਸ਼ੁਰੂਆਤ ਕੀਤੀ, ਇਹ ਕਿਸ ਤਰ੍ਹਾਂ ਮਨ 'ਚ ਆਇਆ? ਠੀਕ ਆ, ਗੁਰਸਿੱਖ ਤੁਸੀਂ ਜਿਹੜੇ ਆ ਗੁਰੂ ਦੇ ਲੜ ਲੱਗਣ ਦਾ ਜਿਹੜਾ ਨਿਸ਼ਚਾ ਕਰ ਲਿਆ ਸੀ, ਅੰਮ੍ਰਿਤਪਾਨ ਕਰ ਲਿਆ ਤੁਸੀਂ, ਕੇਸਕੀ ਜਿਹੜੀ ਆ ਦਮਾਲਾ ਵੀ ਸਜਾਉਣਾ ਸ਼ੁਰੂ ਕਰ ਦਿੱਤਾ, ਪਰਿਵਾਰ ਵੱਲੋਂ ਵੀ ਹਾਂ ਪੱਖੀ ਹੁੰਗਾਰਾ ਮਿਲਿਆ। ਕੀਰਤਨ ਵਾਲੇ ਪਾਸੇ ਨੂੰ ਕਿਸ ਤਰ੍ਹਾਂ ਰੁਝਾਨ ਬਣਿਆ ਕਿ ਜਦੋਂ ਤੁਸੀਂ ਸਿੱਖ ਪਹਿਲਾਂ ਗੁਰਦੁਆਰਾ ਸਾਹਿਬ ਗਏ ਸੀ, ਉੱਥੋਂ ਮਨ ਬਣਿਆ ਕਿ ਮੈਂ ਸਿੱਖੀ ਵਾਲੇ ਰਸਤੇ ਤੁਰਾਂ, ਇਸ ਤਰ੍ਹਾਂ ਹੀ ਕੋਈ ਕਿਸੇ ਵੱਲ ਵੇਖ ਕੇ ਜਾਂ ਕਿਸ ਤਰ੍ਹਾਂ ਤੁਹਾਡੇ 'ਤੇ ਕਿਰਪਾ ਹੋਈ? ਮੇਰਾ ਪਹਿਲਾਂ ਕੀਰਤਨ ਕਰਨ ਦਾ ਵਿਚਾਰ ਨਹੀਂ ਸੀ, ਕਿਉਂਕਿ ਤੁਹਾਨੂੰ ਪਤਾ ਆ ਕਿਸੇ ਵੀ ਸਿੰਗਿੰਗ ਦੇ ਵਿੱਚ ਜਾਣਾ, ਉਹਦੇ ਲਈ ਹਾਰਮੋਨੀਅਮ ਜਿਹੜਾ ਪਲੇ ਕਰਨਾ ਬਹੁਤ ਜ਼ਰੂਰੀ ਹੁੰਦਾ, ਸਿੱਖਣਾ, ਉਹਦੇ ਨਾਲ ਹੀ ਗਾਉਣਾ ਵਜਾਉਣਾ ਆਉਂਦਾ ਹੈਗਾ ਵਾ। ਤੇ ਸਾਡੇ ਜਿਹੜੇ ਗੁਰਦੁਆਰੇ ਦੇ ਬਾਬਾ ਸੁੱਚਾ ਸਿੰਘ ਜੀ, ਉਹਨਾਂ ਨੇ ਸਾਨੂੰ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਨਾਲ ਮਿਲਾਇਆ ਸੀ, ਕਪੂਰਥਲੇ ਦੇ ਸੀ ਉਹ, ਜਿਹੜੇ ਸਾਨੂੰ ਸਿਖਾਉਂਦੇ ਸੀਗੇ ਹਾਰਮੋਨੀਅਮ। ਤੇ ਉਦੋਂ ਮੇਰਾ ਜਿਹੜਾ ਸੀਗਾ ਮਨ ਸੀਗਾ ਕਿ ਮੈਂ ਸਿੰਗਰ ਬਣੂੰਗੀ, ਕੋਈ ਵੱਡੀ ਕਲਾਕਾਰਾਂ ਨੂੰ ਦੇਖ ਦੇਖ ਕੇ ਆ ਜਾਂਦਾ ਸੀ ਮਨ ਵਿੱਚ, ਇੰਨਾ ਵਧੀਆ ਫੇਮਸ ਹੈਗਾ, ਮੈਨੂੰ ਵੀ ਫੇਮ ਮਿਲੂਗਾ, ਮੈਂ ਵੀ ਇਹਨਾਂ ਵਾਂਗੂ ਪ੍ਰਸਿੱਧ ਹੋਊਂਗੀ। ਪਰ ਹੌਲੀ ਹੌਲੀ ਜਦੋਂ ਮੈਂ ਕੀਰਤਨ ਸ਼ੁਰੂ ਕਰ ਦਿੱਤਾ, ਫਿਰ ਉਹ ਤੋਂ ਬਾਅਦ ਜਿੱਦਾਂ ਉਹ ਗਾਣਾ ਇੰਨਾ ਵਧੀਆ ਲੱਗਾ ਮੈਨੂੰ। ਤੇ ਜਦੋਂ ਸਮਾਗਮਾਂ 'ਤੇ ਜਾਣਾ ਮੰਮੀ ਹੁਣਾਂ ਦੇ ਨਾਲ, ਜਾਂ ਫਿਰ ਨਾਨਕੇ ਪਿੰਡ ਬਹੁਤ ਜ਼ਿਆਦਾ ਸਿੱਖੀ ਨਾਲ ਜੁੜੇ ਹੋਏ ਆ, ਉਹਨਾਂ ਦੇ ਪਿੰਡ ਸਮਾਗਮ ਹੋਣੇ, ਉੱਥੇ ਜਾਣਾ, ਤੇ ਜਿੱਦਾਂ ਜਿੱਦਾਂ ਇੰਨੀ ਰਸ ਭਿੰਨੀ ਆਵਾਜ਼ ਦੇ ਵਿੱਚ ਕੀਰਤਨੀਆਂ ਦੀ ਆਵਾਜ਼ ਸੁਣਨੀ, ਉਹ ਗੁਰਬਾਣੀ ਸੁਣਨੀ, ਇੰਨਾ ਪਿਆਰ ਪੈਣਾ ਗੁਰੂ ਸਾਹਿਬ ਜੀ ਦੇ ਨਾਲ। ਫਿਰ ਹੌਲੀ ਹੌਲੀ ਜਦੋਂ ਪਹਿਲਾਂ ਤਾਂ ਮੈਂ ਉਹ ਆਨੰਦ ਕਾਰਜ ਤੋਂ ਪਹਿਲਾਂ ਮੈਂ ਕਿਹਾ ਸੀ ਮੈਂ ਸਿੰਗਰ ਬਣਨਾ, ਪਰ ਜਦੋਂ ਆਨੰਦ ਕਾਰਜ ਦੇਖਿਆ ਮੈਂ ਕਿਹਾ ਮੈਂ ਅੰਮ੍ਰਿਤਪਾਨ ਕਰਨਾ, ਤੇ ਉਹ ਕੀਰਤਨ ਵੀ ਇੰਨਾ ਵਧੀਆ ਕਰਦੇ ਨੇ, ਉਹਨਾਂ ਤੋਂ ਦੇਖ ਕੇ ਮੈਨੂੰ ਕੀਰਤਨ ਦੀ ਵੀ ਮੋਟੀਵੇਸ਼ਨ ਜਿਹੜੀ ਮਿਲੀ ਆ। ਭਾਬੀ ਜੀ ਜਿਹੜੇ ਸਾਡੇ ਹੈਗੇ ਆ, ਭਾਈ ਸਾਹਿਬ ਜੀ ਦੇ ਵਾਈਫ, ਉਹ ਵੀ ਬਹੁਤ ਵਧੀਆ ਕੀਰਤਨ ਕਰਦੇ ਨੇ, ਤੇ ਉਹਨਾਂ ਨੂੰ ਦੇਖ ਕੇ ਮੈਨੂੰ ਸਾਰੀ ਮੋਟੀਵੇਸ਼ਨ ਮਿਲੀ ਹੈਗੀ ਆ ਕਿ ਮੈਂ ਵੀ ਕੀਰਤਨ ਕਰੂੰਗੀ ਇਹਨਾਂ ਦੇ ਵਾਂਗ ਹੀ। ਤੇ ਫਿਰ ਉੱਥੋਂ ਦੇਖ ਕੇ ਸਭ ਕੁਛ ਮੈਨੂੰ ਜਿਹੜਾ ਮਿਲਿਆ ਹੈਗਾ। ਹੁਣ ਤੁਸੀਂ ਕੀਰਤਨ ਵੀ ਕਰਨ ਜਾਂਦੇ ਹੋ, ਵੱਡੇ ਸਮਾਗਮਾਂ ਤੋਂ ਤੁਹਾਨੂੰ ਸੱਦੇ ਵੀ ਆਉਂਦੇ ਨੇ, ਤੁਸੀਂ ਉੱਥੇ ਵੀ ਜਿਹੜੀ ਆ ਸੇਵਾ ਨਿਭਾਉਣ ਜਾਂਦੇ ਹੋ ਕੀਰਤਨ ਦੀ। ਫਿਰ ਇਹ ਜਿਹੜਾ ਕੀਰਤਨ ਸਟੇਜਾਂ ਦੇ ਉੱਤੇ ਕਰਨਾ ਜਿਹੜਾ, ਉਹਦੇ ਲਈ ਬੜੀ ਤਿਆਰੀ ਦੀ ਲੋੜ ਹੁੰਦੀ ਹੈ। ਫਿਰ ਇਹਦੀ ਤਿਆਰੀ ਤੁਸੀਂ ਕਿਸ ਤਰ੍ਹਾਂ ਕੀਤੀ? ਮਿਊਜ਼ਿਕ ਟੀਚਰ ਤੁਸੀਂ ਜਿਹੜੇ ਨੇ ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ, ਜਾਂ ਆਪਣੇ ਪੱਧਰ 'ਤੇ ਤੁਸੀਂ ਜਿਹੜੀ ਆ ਤਿਆਰੀ ਕਰਦੇ ਰਹੇ? ਦੇਖੋ, ਕਹਿੰਦੇ ਹਰ ਕੰਮ ਦੇ ਲਈ ਗੁਰੂ ਦੀ ਲੋੜ ਪੈਂਦੀ ਹੈਗੀ ਆ ਨਾ, ਕਹਿੰਦੇ ਗੁਰੂ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਤੇ ਗੁਰੂ ਹੁੰਦਾ ਆ, ਸਭ ਤੋਂ ਪਹਿਲਾਂ ਸਾਡੀ ਮਾਂ ਵੀ ਗੁਰੂ ਹੁੰਦੀ ਆ, ਕੁਝ ਵੀ ਸਿਖਾਉਣ ਵਾਲਾ ਉਹ ਗੁਰੂ ਹੁੰਦਾ, ਚਾਹੇ ਸਾਡੇ ਤੋਂ ਛੋਟਾ ਹੋਵੇ ਜਾਂ ਵੱਡਾ ਹੋਵੇ, ਸਿਖਾਉਣ ਵਾਲੇ ਨੂੰ ਹਮੇਸ਼ਾ ਗੁਰੂ ਦਾ ਦਰਜਾ ਦਿੱਤਾ ਜਾਂਦਾ ਆ। ਤੇ ਕੁਝ ਸਿੱਖਣਾ ਹੋਵੇ ਤਾਂ ਗੁਰੂ ਦੀ ਲੋੜ ਪੈਂਦੀ ਆ। ਤੇ ਮੈਂ ਇਹ ਕਦੀ ਨਹੀਂ ਕਹਿ ਸਕਦੀ ਕਿ ਮੈਂ ਇਹ ਜਿਹੜਾ ਇੱਥੇ ਤੱਕ ਪਹੁੰਚੀ ਹਾਂ, ਮੈਂ ਆਪ ਪਹੁੰਚੀ ਹਾਂ, ਮੈਂ ਆਪਣੀ ਮਿਹਨਤ ਦੇ ਨਾਲ।
ਮੇਰੇ ਗੁਰੂਆਂ ਨੇ, ਮੇਰੇ ਜਿਹੜੇ ਸਿਖਾਉਣ ਵਾਲੇ ਆ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਆ। ਮੇਰੀ ਥੋੜ੍ਹੀ ਜਿਹੀ ਮਿਹਨਤ ਅਤੇ ਉਹਨਾਂ ਦਾ ਸਿਖਾਉਣ ਦਾ ਇੰਨਾ ਜ਼ਿਆਦਾ ਤਜਰਬਾ, ਉਹਨਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਹੈਗਾ ਆ। ਅਤੇ ਫਿਰ ਸਾਲ ਕਰਦੇ, ਮਹੀਨਾ, ਸਾਲ ਕਰਦੇ ਇੱਦਾਂ ਫਿਰ ਕੀਰਤਨ ਦੀ ਜਿਹੜਾ ਆ ਆਪਣੇ ਆਪ ਕਰਦੇ ਗਏ, ਕਿਉਂਕਿ ਆਪ ਰਿਆਜ਼ ਕਰਨਾ ਉਹ ਵੀ ਬਹੁਤ ਵੱਡੀ ਗੱਲ ਹੈਗੀ ਆ। ਅਤੇ ਆਪ ਵੀ ਰਿਆਜ਼ ਕਰਦੀ ਸੀ, ਭਾਈ ਸਾਹਿਬ ਜੀ ਵੀ ਆਉਂਦੇ ਸੀਗੇ, ਫਿਰ ਉਸ ਤੋਂ ਬਾਅਦ ਸਾਨੂੰ ਉਸਤਾਦ ਨਿਸ਼ਾਨ ਸਿੰਘ ਜੀ ਵੀ ਮਿਲੇ, ਉਹਨਾਂ ਨੇ ਵੀ ਹੁਣ ਬਹੁਤ ਕੁਝ ਸਾਨੂੰ ਸਿਖਾਉਂਦੇ ਹੈਗੇ ਆ। ਅਤੇ ਹੁਣ ਸਾਡੀਆਂ ਕਲਾਸਾਂ ਚੱਲਦੀਆਂ ਰਹਿੰਦੀਆਂ, ਬਸ ਇਸੇ ਲਾਈਨ 'ਤੇ ਲੱਗੇ ਰਹੀਦਾ ਹੈਗਾ ਕਿ ਕਿਸੇ ਤਰ੍ਹਾਂ ਪਰਮਾਤਮਾ ਦੇ ਨਾਲ ਜੁੜੇ ਰਹੀਏ। ਅੱਜ ਕੱਲ੍ਹ ਦੇ ਮਾਹੌਲ ਦੀ ਗੱਲ ਕਰ ਲਈਏ, ਅੱਜ ਕੱਲ੍ਹ ਕੁੜੀਆਂ ਦਾ ਇੱਕੋ ਹੀ ਸੁਪਨਾ ਹੁੰਦਾ ਹੈ ਕਿ ਇੱਥੋਂ ਦੀ ਪੜ੍ਹਾਈ ਮੁਕੰਮਲ ਕਰਕੇ, ਚਾਹੇ ਉਹ 12ਵੀਂ ਹੈ, ਚਾਹੇ BA ਹੈ, ਜਾਂ ਕੋਈ ਟੈਕਨੀਕਲ ਐਜੂਕੇਸ਼ਨ ਲੈ ਕੇ ਵਿਦੇਸ਼ ਜਾਣਾ ਹੈ, ਅਤੇ ਜਾਂ ਫਿਰ ਇੱਥੇ ਰਹਿ ਕੇ ਵੱਖ-ਵੱਖ ਜਿਹੜੇ ਖੇਤਰਾਂ ਦੇ ਵਿੱਚ ਆਪਣੀਆਂ ਸੇਵਾਵਾਂ ਦੇਣੀਆਂ ਨੇ। ਕੀਰਤਨ ਵਾਲੇ ਪਾਸੇ ਜਿਹੜੇ ਆ ਬਹੁਤ ਘਾਟ ਇੱਕ ਹੈਗੀ ਹੈ ਕਿ ਬੀਬੀਆਂ ਦੀ, ਸਾਡੀਆਂ ਭੈਣਾਂ ਦੀ ਹੈਗੀਆਂ ਬਹੁਤ ਨੇ, ਅਜਿਹਾ ਨਹੀਂ ਹੈ ਕਿ ਬਿਲਕੁਲ ਨਹੀਂ ਹੈ, ਪਰ ਘਾਟ ਜਿਹੜੀ ਹੈ ਕਿਤੇ ਨਾ ਕਿਤੇ ਉਹ ਮਹਿਸੂਸ ਹੁੰਦੀ ਜ਼ਰੂਰ ਹੈ। ਕਿਸ ਤਰ੍ਹਾਂ ਦੇਖਦੇ ਹੋ ਕਿ ਤੁਸੀਂ ਇਸ ਪਾਸੇ ਨੂੰ ਆਏ, ਕਿਵੇਂ, ਕੀ ਸੋਚ ਕੇ ਆਏ? ਕਿਉਂਕਿ ਇੱਕ ਦੌਲਤ ਅਤੇ ਇੱਕ ਸ਼ੋਹਰਤ ਪਾਉਣਾ ਹਰ ਕਿਸੇ ਦਾ ਸੁਪਨਾ ਹੁੰਦਾ ਕਿ ਮੇਰੇ ਕੋਲ ਬਹੁਤ ਸਾਰੀ ਮਾਇਆ, ਬਹੁਤ ਸਾਰਾ ਧਨ ਵੀ ਹੋਵੇ, ਪੈਸਾ ਵੀ ਹੋਵੇ, ਅਤੇ ਮੇਰਾ ਨਾਮ ਵੀ ਹੋਵੇ ਇਲਾਕੇ ਭਰ ਵਿੱਚ, ਜ਼ਿਲ੍ਹੇ ਭਰ ਵਿੱਚ, ਸੂਬੇ 'ਚ। ਉਸ ਤੋਂ ਬਾਅਦ ਫਿਰ ਜਿਹੜੀ ਹੈ ਤਾਂਘ, ਜਿਹੜੀ ਇੱਛਾ ਹੈ ਵੱਧਦੀ ਜਾਂਦੀ ਕਿ ਮੇਰਾ ਨੈਸ਼ਨਲ ਪੱਧਰ 'ਤੇ ਨਾਮ ਹੋ ਜਾਏ, ਇੰਟਰਨੈਸ਼ਨਲ ਪੱਧਰ 'ਤੇ ਨਾਮ ਹੋ ਜਾਏ। ਤੁਸੀਂ ਇਸ ਪਾਸੇ ਕਿਵੇਂ ਆਏ? ਕਿਉਂਕਿ ਦੌਲਤ ਅਤੇ ਸ਼ੋਹਰਤ ਹਰ ਕਿਸੇ ਦਾ ਸੁਪਨਾ ਵੀ ਹੁੰਦਾ ਅਤੇ ਜ਼ਰੂਰੀ ਵੀ ਕਿਤੇ ਨਾ ਕਿਤੇ ਹੁੰਦਾ। ਹਾਂਜੀ, ਸਿਰਫ ਪਰਮਾਤਮਾ ਦੇ ਨਾਮ ਨੂੰ ਨਾਲ ਨਾਲ ਰੱਖਦੇ ਹੋਏ ਜਿਹੜੀ ਕਮਾਈ ਦਾ ਸਾਧਨ ਵੀ ਬਹੁਤ ਜ਼ਰੂਰੀ ਹੁੰਦਾ ਆ, ਕਿ ਸਿਰਫ ਪਰਮਾਤਮਾ ਦਾ ਨਾਮ ਲੈਣ ਨਾਲ ਘਰ ਨਹੀਂ ਚੱਲ ਸਕਦਾ ਹੈ ਨਾ। ਇਹ ਪਰਮਾਤਮਾ ਦਾ ਨਾਮ ਲੈਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਪਰ ਜਦੋਂ ਉਹਦੇ ਨਾਲ ਨਾਲ ਆਪਣੇ ਘਰ ਨੂੰ ਚਲਾਉਣਾ, ਗ੍ਰਹਿਸਥੀ ਨੂੰ ਚਲਾਉਣਾ, ਆਪਣੇ ਜੀਵਨ ਨੂੰ ਹੋਰ ਵੀ ਦੇਖਣਾ, ਕਿਉਂਕਿ ਦੋ ਤਰ੍ਹਾਂ ਦੇ ਇੱਥੇ ਲੋਕ ਪਰਲੋਕ, ਦੋਵਾਂ ਵਿੱਚ ਹੀ ਕੰਮ ਕਰਨਾ ਬਹੁਤ ਜ਼ਰੂਰੀ ਹੈਗਾ ਹੈ ਨਾ। ਪਰਲੋਕ ਵਿੱਚ ਸੁਹੇਲੇ ਹੋਣ ਦੇ ਲਈ ਪਰਮਾਤਮਾ ਦਾ ਨਾਮ, ਅਤੇ ਜਿਹੜੀ ਇੱਥੇ ਦੁਨੀਆਦਾਰੀ ਆ ਉਹਨੂੰ ਨਿਭਾਉਣ ਦੇ ਲਈ, ਉੱਥੇ ਚੱਲਣ ਦੇ ਲਈ ਸਾਨੂੰ ਮਾਇਆ ਦੀ ਬੜੀ ਲੋੜ ਪੈਂਦੀ ਹੈ ਨਾ। ਅਤੇ ਬਾਕੀ ਜਿੱਦਾਂ ਫੀਲਡਸ ਤੁਸੀਂ ਕਹਿੰਦੇ ਹੈਗੇ ਆ, ਉਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਤੁਹਾਡੇ ਕੋਲ ਅਮਾਊਂਟਸ ਹੁੰਦੀਆਂ ਨੇ, ਇੰਨੇ ਤੋਂ ਇੰਨੀ ਸ਼ੁਰੂਆਤ ਹੁੰਦੀ ਹੈ, ਇੰਨੀ ਤੋਂ ਇੰਨੀ ਸ਼ੁਰੂਆਤ ਹੁੰਦੀ ਹੈਗੀ ਆ। ਮੈਨੂੰ ਪਹਿਲੀ ਗੱਲ ਤਾਂ ਇਹ ਕਿ ਮਾਇਆ ਦਾ ਕੋਈ ਲਾਲਚ ਨਹੀਂ ਹੈਗਾ ਕਿ ਮੈਨੂੰ ਜਿੱਥੇ ਸਮਾਗਮ 'ਤੇ ਜਾਣਾ ਉੱਥੋਂ ਮਾਇਆ ਮਿਲੇ। ਅਤੇ ਜਿਹੜੇ ਸਾਡੇ ਉਸਤਾਦ ਆ ਨਿਸ਼ਾਨ ਸਿੰਘ ਜੀ, ਉਹਨਾਂ ਨੇ ਸਾਨੂੰ ਇਹ ਗੱਲ ਪਹਿਲੇ ਦਿਨ ਤੋਂ ਸਮਝਾ ਦਿੱਤੀ ਆ ਕਿ ਜੇ ਤੁਸੀਂ ਮਾਇਆ ਦੇ ਪਿੱਛੇ ਦੌੜਨ ਲੱਗ ਪਏ ਨਾ, ਤਾਂ ਤੁਹਾਡੀ ਤਰੱਕੀ ਜਿਹੜੀ ਆ ਉਹ ਰੁਕ ਜਾਣੀ ਆ। ਤੁਸੀਂ ਇੱਕ ਤਰ੍ਹਾਂ ਦਾ ਮਾਇਆ ਦੇ ਪਿੱਛੇ ਦੌੜੋਗੇ, ਜੇ ਤੁਹਾਡੇ ਪਿੱਛੇ ਤੁਸੀਂ ਤਰੱਕੀ ਕਰ ਲਈ, ਫਿਰ ਮਾਇਆ ਤੁਹਾਡੇ ਪਿੱਛੇ ਆਊਗੀ, ਹੈ ਨਾ। ਅਤੇ ਪਹਿਲੇ ਸਮਾਗਮਾਂ 'ਤੇ ਜਿਹੜਾ ਉਹਨਾਂ ਨੇ ਸਾਨੂੰ ਕਦੀ ਅਸੀਂ ਉਹਨਾਂ ਤੋਂ ਜਿਹੜਾ ਪੈਸਾ ਨਹੀਂ ਲਿਆ, ਨਾ ਹੀ ਉਹਨਾਂ ਨੇ ਆਪ ਰੱਖਿਆ। ਜਿਹੜੀ ਸੰਸਥਾ ਦੇ ਨਾਲ ਜੁੜੇ ਆ, ਉੱਥੇ ਅਸੀਂ ਉਹਨਾਂ ਨੂੰ ਜਮ੍ਹਾਂ ਕਰਾਉਂਦੇ ਰਹੇ ਹੈਗੇ ਆ ਨਾ। ਅਤੇ ਹੁਣ ਤੁਹਾਨੂੰ ਪਤਾ ਹੀ ਆ ਕਿ ਹੁਣ ਜਿਹੜੇ ਆ ਜਥਾ ਬਣ ਚੁੱਕਾ ਆ, ਅਤੇ ਮੈਨੂੰ ਇੱਥੇ ਤੱਕ ਪਹੁੰਚਾ ਦਿੱਤਾ ਗਿਆ ਆ ਕਿ ਸਮਾਗਮ ਆਉਣ ਲੱਗ ਪਏ ਆ, ਅਤੇ ਪਰਮਾਤਮਾ ਦੀ ਬਹੁਤ ਮਿਹਰ ਹੈਗੀ ਆ। ਉੱਥੋਂ ਫਿਰ ਜਿਹੜੇ ਪੈਸਾ ਆਉਂਦਾ ਹੈਗਾ ਆ, ਮਾਇਆ ਆਉਂਦੀ ਕਿ ਸੰਗਤਾਂ ਆਪ ਹੀ ਬਹੁਤ ਜ਼ਿਆਦਾ ਜਿਹੜਾ ਕੀਰਤਨ ਪਰਮਾਤਮਾ ਸਾਡੇ ਤੋਂ ਕਰਾਉਂਦਾ ਹੈਗਾ, ਉਦੋਂ ਤੋਂ ਨਿਹਾਲ ਹੋ ਕੇ ਜਿਹੜੀਆਂ ਮਾਇਆ ਜਿਹੜੀ ਉਹ ਚੜਾਉਂਦੇ ਹੈਗੇ ਆ। ਅਤੇ ਬਾਕੀ ਫੀਲਡਸ ਦੀ ਗੱਲ ਆ ਕਿ ਆਪਣੀ ਆਪਣੀ ਮਰਜ਼ੀ ਹੁੰਦੀ ਆ, ਅਤੇ ਤੁਹਾਨੂੰ ਪਤਾ ਹੀ ਆ, ਜਿਸ ਨੂੰ ਬਖਸ਼ ਕਰੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ, ਕਿ ਪਰਮਾਤਮਾ ਦੀ ਮਿਹਰ ਦੀ ਗੱਲ ਹੁੰਦੀ ਹੈਗੀ ਆ। ਅਤੇ ਮੈਂ ਬਹੁਤ ਹੀ ਕਿਸਮਤ ਵਾਲੀ ਹਾਂ, ਪਰਮਾਤਮਾ ਦੀ ਮੇਰੇ 'ਤੇ ਮਿਹਰ ਹੈਗੀ ਆ, ਕਿਉਂਕਿ ਮੈਂ ਇਸ ਰਸਤੇ 'ਤੇ ਤੁਰੀ ਹਾਂ। ਜੇ ਪਰਮਾਤਮਾ ਦੀ ਮਿਹਰ ਹੈ ਤਾਂ ਹੀ ਇਸ ਰਸਤੇ 'ਤੇ ਤੁਰੀ ਹਾਂ। ਅਤੇ ਬਾਕੀ ਸਾਰਾ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦਾ, ਕੋਈ ਕੁਝ ਫੀਲਡ ਵਿੱਚ ਤੁਰਿਆ ਹੋਇਆ, ਕੋਈ ਕਿਸੇ ਫੀਲਡ ਵਿੱਚ ਤੁਰਿਆ ਹੋਇਆ। ਪਰਮਾਤਮਾ ਇੱਕ ਤਰ੍ਹਾਂ ਦਾ ਇਹ ਕੌਤਕ ਹੀ ਰਚ ਰਿਹਾ ਆ, ਅਤੇ ਆਪ ਉਸ ਕੌਤਕ ਦਾ ਜਿਹੜਾ ਮਾਲਕ ਬਣੀ ਬੈਠਾ ਹੈ, ਅਤੇ ਪਰਮਾਤਮਾ ਦੇ ਦੁਆਰਾ ਹੀ ਸਾਰਾ ਕੁਝ ਹੋ ਰਿਹਾ ਹੈਗਾ ਆ। ਅਤੇ ਉਹਨਾਂ ਨੇ ਮੈਨੂੰ ਕੀਰਤਨ ਦੇ ਰਸਤੇ 'ਤੇ ਤੋਰਨਾ ਸੀ, ਉਹਨਾਂ ਦੀ ਮਿਹਰ ਹੋਈ ਹੈ, ਅਤੇ ਬਾਕੀਆਂ ਨੂੰ ਜਿਸ ਰਸਤੇ 'ਤੇ ਤੋਰਿਆ, ਪਰਮਾਤਮਾ ਦੇ ਹੁਕਮ ਦੇ ਵਿੱਚ ਸਾਰਾ ਕੁਝ ਹੋ ਰਿਹਾ ਵਾ। ਜਦੋਂ ਅਸੀਂ ਆਮ ਸਧਾਰਨ ਜੀਵਨ ਦੇ ਵਿੱਚ ਹੁੰਦੇ ਹਾਂ ਕਿ ਸਾਡਾ ਫਰੈਂਡ ਸਰਕਲ ਬਹੁਤ ਵੱਡਾ ਹੁੰਦਾ ਆ, ਜਿਵੇਂ ਤੁਸੀਂ ਹੋ, ਤੁਸੀਂ ਸਕੂਲ ਟਾਈਮ ਜਾਂ ਕਾਲਜ ਟਾਈਮ ਜਿਹੜਾ ਤੁਹਾਡੀਆਂ ਸਹੇਲੀਆਂ ਹੋਣਗੀਆਂ, ਅਤੇ ਉਹ ਉਮਰ ਇੱਕ ਅਜਿਹੀ ਉਮਰ ਹੁੰਦੀ ਹੈ, ਅਲੜ ਉਮਰ ਹੁੰਦੀ ਹੈ, ਇੱਕ ਘੁੰਮਣ ਫਿਰਨ ਦਾ ਸ਼ੌਂਕ ਬਹੁਤ ਹੁੰਦਾ ਹੈ, ਖਾਣ ਪੀਣ ਦਾ ਸ਼ੌਂਕ ਹੁੰਦਾ ਹੈ, ਵੱਖ-ਵੱਖ ਤਰ੍ਹਾਂ ਦੇ ਪਹਿਰਾਵੇ ਪਾਉਣ ਦਾ ਸ਼ੌਂਕ ਹੁੰਦਾ। ਅੱਜ ਕੱਲ੍ਹ ਟਿਕਟੋਕ ਦੀ ਜਿਹੜੀ ਦੁਨੀਆ ਹੈ ਜਾਂ ਸੋਸ਼ਲ ਮੀਡੀਆ ਦੀ ਦੁਨੀਆ, ਕਿਸੇ ਤੋਂ ਉਹ ਲੁਕੀ ਛਿਪੀ ਨਹੀਂ, ਉਹਦੇ 'ਤੇ ਕੀ ਕੁਝ ਹੋ ਰਿਹਾ ਹੈ, ਖਾਸ ਕਰਕੇ ਸਾਡੇ ਨੌਜਵਾਨ ਵਰਗ, ਲੜਕੇ ਅਤੇ ਲੜਕੀਆਂ ਕੀ ਕਰ ਰਹੇ ਨੇ, ਇੱਕ ਵੱਡੀ ਚਿੰਤਾ ਦਾ ਵਿਸ਼ਾ ਛੇੜ ਦਿੱਤਾ ਹੈ। ਜਿਹੜੇ ਮਾਪੇ ਨੇ ਬੜੇ ਚਿੰਤਤ ਰਹਿੰਦੇ ਨੇ। ਕਿਸ ਤਰ੍ਹਾਂ, ਕਿਸ ਨਜ਼ਰੀਏ ਦੇ ਨਾਲ ਤੁਸੀਂ ਦੇਖਦੇ ਹੋ ਕਿ ਤੁਸੀਂ ਗੁਰੂ ਦੇ ਲੜ ਲੱਗੇ, ਤੁਹਾਡਾ ਫਰੈਂਡ ਸਰਕਲ ਵੀ ਮੈਨੂੰ ਲੱਗਦਾ ਘਟ ਗਿਆ ਹੋਵੇਗਾ ਜਾਂ ਛੁੱਟ ਗਿਆ ਹੋਵੇਗਾ, ਕਿਉਂਕਿ ਬਹੁਤਾਤ ਦੇ ਵਿੱਚ ਲੋਕ ਘੁੰਮਣ ਫਿਰਨ, ਖਾਣ ਪੀਣ ਨੂੰ ਇਸ ਉਮਰ ਦੇ ਵਿੱਚ ਤਰਜੀਹ ਦਿੰਦੇ ਨੇ। ਹਾਂਜੀ, ਅਤੇ ਜਿੱਦਾਂ ਤੁਸੀਂ ਗੱਲ ਕੀਤੀ ਫਰੈਂਡ ਸਰਕਲ ਦੀ ਨਾ, ਸਕੂਲ ਦੇ ਵਿੱਚ ਮੈਂ +2 ਜਦੋਂ ਕਰਦੀ ਸੀ, +1 ਦੀ ਐਂਡ 'ਤੇ ਮੈਂ ਦਮਾਲਸ ਜਾਣਾ ਸ਼ੁਰੂ ਕਰ ਦਿੱਤਾ ਸੀ, ਅਤੇ ਮੇਰੇ ਸਾਰੀਆਂ ਫਰੈਂਡਸ ਬੜੀਆਂ ਵਧੀਆ ਕਹਿੰਦੇ ਤੂੰ ਬੜੀ ਸੋਹਣੀ ਲੱਗਦੀ, ਬੜੀ ਵਧੀਆ ਲੱਗਦੀ ਹੈਗੀ ਆ ਦਮਾਲਾ ਬਣ ਕੇ। ਅਤੇ ਬਾਅਦ ਵਿੱਚ ਉਹਨਾਂ ਫਰੈਂਡਸ ਦੇ ਵਿੱਚੋਂ ਕੋਈ ਵੀ ਮੈਨੂੰ ਘਾਟਾ ਨਹੀਂ ਹੋਇਆ, ਕਿਸੇ ਨੇ ਮੈਨੂੰ ਛੱਡਿਆ ਨਹੀਂ, ਕਿਸੇ ਤਰ੍ਹਾਂ ਦਾ ਮਤਲਬ ਵਿਤਕਰਾ ਨਹੀਂ ਕੀਤਾ, ਕਿਉਂਕਿ ਸਾਰੀਆਂ ਜਾਤਾਂ ਪਾਤਾਂ ਦੇ ਉੱਥੇ ਬੱਚੇ ਮੇਰੇ ਨਾਲ ਪੜ੍ਹਦੇ ਸੀਗੇ। ਮੇਰੀਆਂ ਫਰੈਂਡਸ ਵਿੱਚ ਵੀ ਕਈ ਜਿਹੜੀਆਂ ਆ ਕਾਸਟ ਦੀਆਂ ਕੁੜੀਆਂ ਸੀਗੀਆਂ, ਅਤੇ ਜਦੋਂ ਰਿਸੈਸ ਟਾਈਮ ਹੁੰਦੀ ਸੀ, ਲੰਚ ਕਰਨਾ ਹੁੰਦਾ ਸੀ,
ਤੇ ਕਦੇ ਮੇਰੀ ਰੋਟੀ ਕਿਤੇ ਘਰ ਰਹਿ ਜਾਣੀ ਜਾਂ ਮੈਂ ਲੈ ਕੇ ਨਾ ਜਾਣੀ, ਮੈਨੂੰ ਆਦਤ ਨਹੀਂ ਸੀ, ਮੈਂ ਘੱਟ ਹੀ ਰੋਟੀ ਲੈ ਕੇ ਜਾਂਦੀ ਹੁੰਦੀ ਸੀ। ਪਰ ਫਿਰ ਵੀ ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਕਹਿਣਾ ਨਹੀਂ ਕਿਰਨ ਤੂੰ ਸਾਡੇ ਨਾਲ ਪ੍ਰਸ਼ਾਦਾ ਛਕ। ਮੈਂ ਕਹਿਣਾ ਨਹੀਂ ਨਹੀਂ ਮੈਂ ਕੋਈ ਗੱਲ ਨਹੀਂ, ਮੈਂ ਨਹੀਂ ਛਕਣਾ ਹੈਗਾ, ਮੈਂ ਲੈ ਕੇ ਨਹੀਂ ਆਈ ਹਾਂ। ਉਹਨਾਂ ਇਹ ਕਰਨਾ ਕਿ ਆਪਣਾ ਜਿਹੜਾ ਪ੍ਰਸ਼ਾਦਾ ਹੋਣਾ ਉਹਨਾਂ ਨੇ ਆਪਣੇ ਟਿਫਨ ਦੇ ਜਿਹੜੇ ਅਲੱਗ ਬਾਕਸ ਹੋਣੇ ਉਹਨਾਂ ਦੇ ਵਿੱਚ ਮੇਲੇ ਥੋੜ੍ਹਾ 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 ਸਾਰਿਆਂ ਨੇ ਕੱਢ ਕੇ ਰੱਖ ਦੇਣਾ। ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ ਕਿ ਤੇਰੇ ਨਾਲ ਛਕਣਾ ਸੀ ਪ੍ਰਸ਼ਾਦਾ। ਅਤੇ ਉਹ ਸਭ ਮਾਹੌਲ ਮੈਨੂੰ ਬੜਾ ਹੀ ਜ਼ਿਆਦਾ ਵਧੀਆ ਲੱਗਦਾ ਹੁੰਦਾ ਸੀ ਕਿ ਮੇਰੇ ਨਾਲ ਇੰਨੇ ਜ਼ਿਆਦਾ ਪਿਆਰ ਕਰਦੇ ਹੈਗੇ ਆ। ਕਲਾਸ ਦੇ ਵਿੱਚ ਕਦੀ ਇੱਦਾਂ ਦੀ ਕੋਈ ਅਣਬਣ ਵੀ ਨਹੀਂ ਹੋਈ ਕਿਸੇ ਦਾ ਨਾਲ ਕਿ ਮਤਲਬ ਲੜਾਈ ਵਗੈਰਾ, ਸਾਰਿਆਂ ਦੇ ਨਾਲ ਪਿਆਰ ਨਾਲ ਰਹੀ ਹਾਂ ਅਤੇ ਸਾਰਿਆਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਕੀਤਾ। ਯਾਨੀ ਤੁਹਾਨੂੰ ਜੇ ਗੱਲ ਕਰੀਏ ਆਂਢ ਗੁਆਂਢ ਦੀ ਰਿਸ਼ਤੇਦਾਰੀ ਚੋਂ, ਪਰਿਵਾਰ ਵੱਲੋਂ ਤੇ ਆਪਣੇ ਫਰੈਂਡ ਸਰਕਲ ਦੇ ਵਿੱਚੋਂ, ਸਕੂਲ ਕਾਲਜ ਦੇ ਸਮੇਂ ਤੋਂ ਸਾਰਿਆਂ ਵੱਲੋਂ ਹਾਂ ਪੱਖੀ ਹੁੰਗਾਰਾ ਹੀ ਰਿਹਾ। ਹਾਂਜੀ ਹਾਂਜੀ, ਸਾਰਿਆਂ ਵੱਲੋਂ ਬੜਾ ਵਧੀਆ ਮੈਨੂੰ ਮਿਲਿਆ ਹੈਗਾ ਆ। ਤੁਹਾਨੂੰ ਪਤਾ ਆ ਦੁਨੀਆ ਆ ਕਿਸੇ ਵੀ ਤਰ੍ਹਾਂ ਨਾਲ ਕੁਝ ਵੀ ਕਹਿ ਸਕਦੀ ਆ, ਕੁਝ ਲੋਕ ਨੈਗੇਟਿਵ ਲੈਂਦੇ ਆ, ਕੁਝ ਪੋਜ਼ੀਟਿਵ ਲੈਂਦੇ ਹੈਗੇ ਹੈ ਨਾ, ਕਈਆਂ ਨੇ ਹੱਲਾਸ਼ੇਰੀ ਦੇਣੀ ਹੁੰਦੀ ਆ। ਅਤੇ ਤੁਹਾਨੂੰ ਪਤਾ ਆ ਕਿ ਦੁਨੀਆ ਕਿਸੇ ਵੀ ਗੱਲ ਨੂੰ ਉਹ ਭਾਵੇਂ ਸਹੀ ਹੋਵੇ ਉਹਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹੈਗੇ, ਪਰ ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਹੈਗੀ ਆ। ਕੋਈ ਗੱਲ ਨਹੀਂ, ਜਿਨ੍ਹਾਂ ਨੇ ਜਿੱਦਾਂ ਬੋਲਣਾ ਹੈਗਾ ਉਹਨਾਂ ਨੂੰ ਉਹ ਹੁਕਮ ਮਿਲਿਆ ਹੈਗਾ ਪਰਮਾਤਮਾ ਦਾ, ਤੁਸੀਂ ਨਿੰਦੋ ਹੈ ਨਾ। ਅਤੇ ਸਾਨੂੰ ਪਰਮਾਤਮਾ ਨੇ ਆਪ ਹੁਕਮ ਕੀਤਾ ਹੈਗਾ, ਉਹਨਾਂ ਦੀ ਮਿਹਰ ਹੈਗੀ ਆ, ਉਹ ਸਾਡੇ ਤੋਂ ਚੰਗਾ ਕੰਮ ਕਰਵਾ ਰਿਹਾ, ਇਹ ਵੀ ਉਹਨਾਂ ਦਾ ਹੁਕਮ ਆ ਜੀ। ਅਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਇਸ ਰਸਤੇ 'ਤੇ ਚੱਲ ਕੇ, ਕਿਉਂਕਿ ਇਹਦੇ ਵਿੱਚ ਸਿਰਫ ਕਮਾਈ ਹੀ ਨਹੀਂ, ਪਰਮਾਤਮਾ ਦਾ ਨਾਮ ਵੀ ਨਾਲ ਵਾ ਹੈ ਨਾ। ਉੱਥੇ ਸਾਡੇ ਲੇਖੇ ਵਿੱਚ ਲੱਗ ਰਿਹਾ ਆ ਪਰਮਾਤਮਾ ਦਾ ਨਾਮ। ਜੇ ਉੱਥੇ ਕਹੋ ਕਮਾਈ ਦੀ ਗੱਲ ਅਤੇ ਖਰਚ ਵੀ ਨਾਲ ਚੱਲੀ ਜਾ ਰਿਹਾ ਆ, ਅਤੇ ਜਿਹੜਾ ਆ ਪਰਮਾਤਮਾ ਦਾ ਨਾਮ ਵੀ ਉਹ ਵੀ ਨਾਲ ਨਾਲ ਬੋਲ। ਇਸ ਵੇਲੇ ਕਿਰਨ ਤੁਹਾਨੂੰ ਬਹੁਤ ਸਾਰੇ ਮਾਪੇ ਵੀ ਦੇਖ ਰਹੇ ਹੋਣਗੇ, ਜਿਹੜੇ ਨੌਜਵਾਨ ਵਰਗ ਹੈ ਖਾਸ ਤੌਰ 'ਤੇ ਜੇ ਉਹਨਾਂ ਦੀ ਗੱਲ ਕਰੀਏ, ਕਈ ਬਹੁਤ ਸਾਰੇ ਰਾਸਤੇ ਤੋਂ ਭਟਕ ਜਾਂਦੇ ਨੇ। ਮਾਪੇ ਚਿੰਤਤ ਹੋ ਜਾਂਦੇ ਨੇ ਕਿ ਸਾਡਾ ਧੀ ਬੱਚਾ ਜਾਂ ਨਸ਼ੇ ਵਾਲੇ ਪਾਸੇ ਤੁਰ ਪਿਆ, ਜਾਂ ਅਜੀਬ ਤਰ੍ਹਾਂ ਦੇ ਫੈਸ਼ਨ ਅੱਜ ਕੱਲ੍ਹ ਆ ਗਏ ਨੇ। ਕਈ ਮਾਪੇ ਤਾਂ ਇੱਥੋਂ ਤੱਕ ਵੀ ਸਪੋਰਟ ਵੀ ਕਰਨ ਲੱਗ ਗਏ ਬੱਚਿਆਂ ਨੂੰ, ਉਹਦੇ ਨਾਲ ਸ਼ਾਪਿੰਗ 'ਤੇ ਵੀ ਜਾਂਦੇ ਨੇ, ਉਹਨਾਂ ਨੂੰ ਅਜੀਬ ਅਜੀਬ ਤਰ੍ਹਾਂ ਦੇ ਪਹਿਰਾਵੇ ਖਰੀਦ ਕੇ ਦਿੰਦੇ ਨੇ। ਨੰਗੇਜ਼ ਕਿਤੇ ਨਾ ਕਿਤੇ ਭਾਰੀ ਹੁੰਦਾ ਜਾ ਰਿਹਾ ਸਾਡੇ ਸਮਾਜ ਦੇ ਉੱਤੇ। ਕੀ ਕੁਝ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਸਾਰਿਆਂ ਦੇ ਧਿਆਨ ਦੇ ਵਿੱਚ ਹੈ। ਚਿੰਤਾ ਇੱਕ ਜਿਹੜੀ ਆ ਪਹਿਲਾਂ ਵੀ ਗੱਲ ਵੀ ਕੀਤੀ, ਉਹ ਛਿੜੀ ਹੋਈ ਹੈ। ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਚੰਗੇ ਰਾਹ 'ਤੇ ਤੋਰਨਾ ਚਾਹੁੰਦੇ ਨੇ, ਬਹੁਤ ਸਾਰੇ ਬੱਚੇ ਵੱਖ-ਵੱਖ ਖੇਤਰਾਂ ਦੇ ਵਿੱਚ ਸੇਵਾਵਾਂ ਦੇ ਰਹੇ ਨੇ, ਨਾਮਣਾ ਖੱਟ ਰਹੇ ਨੇ। ਪੜ੍ਹਾਈ ਦੇ ਖੇਤਰ ਦੇ ਵਿੱਚ ਅਸੀਂ ਵੱਖ-ਵੱਖ ਸਮੇਂ ਦੇ ਉੱਤੇ ਕਈ ਸਟੋਰੀਆਂ ਲੈ ਕੇ ਆਏ। ਪਿੱਖੋਵਾਲ ਪਿੰਡ ਦੀ ਵੀ ਦਿਖਾਈ ਕਿ ਪੂਰਾ ਪਿੰਡ ਹੀ ਜਿਹੜਾ ਖੇਡ ਮੈਦਾਨ ਵਿੱਚ ਸਵੇਰੇ ਸਵੇਰੇ ਨਿੱਤਰ ਆਉਂਦਾ 5 ਵਜੇ। ਅਜਿਹੇ ਚੰਗੇ ਲੋਕਾਂ ਦੀ ਵੀ ਘਾਟ ਨਹੀਂ, ਚੰਗੇ ਮਾਪਿਆਂ ਦੀ ਵੀ ਕਮੀ ਨਹੀਂ। ਪਰ ਉਹਨਾਂ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਆਪਣੇ ਬੱਚਿਆਂ ਦੀ ਖੁਦ ਸਪੋਰਟ ਕਰਦੇ ਨੇ, ਜਾਂ ਜਿਹੜੇ ਮਾਪੇ ਚਿੰਤਤ ਨੇ ਕਿ ਉਹ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਮਝਾਉਣ ਕਿ ਉਹ ਚੰਗੇ ਰਸਤੇ 'ਤੇ ਚੱਲਣ ਕਿਸੇ ਵੀ ਖੇਤਰ ਦੇ ਵਿੱਚ? ਕਿਉਂਕਿ ਹਰ ਖੇਤਰ ਦੇ ਵਿੱਚ ਸੇਵਾਵਾਂ ਦੀ ਲੋੜ ਹੁੰਦੀ ਹੈ। ਸਾਰੇ ਇੱਕ ਪਾਸੇ ਲੱਗ ਜਾਣਗੇ ਤਾਂ ਦੂਸਰੇ ਪਾਸੇ ਫਿਰ ਸੇਵਾਵਾਂ ਕੌਣ ਦੇਵੇਗਾ? ਉਹਨਾਂ ਮਾਪਿਆਂ ਨੂੰ ਕਿੱਦਾਂ ਆਪਣੇ ਬੱਚਿਆਂ ਨੂੰ ਸਮਝਾਉਣ, ਕੀ ਸੁਨੇਹਾ ਦੇਣਾ ਚਾਹੋਗੇ? ਇੱਥੇ ਟੌਪਿਕ ਸਾਡੇ ਕੋਲ ਗੁਰਬਾਣੀ ਦਾ ਸ਼ੁਰੂ ਹੋਇਆ, ਮੈਂ ਇਸ ਰਸਤੇ 'ਤੇ ਕਿੱਦਾਂ ਤੁਰੀ। ਅਤੇ ਗੁਰਬਾਣੀ ਨੂੰ ਪੜ੍ਹ ਕੇ ਮੈਨੂੰ ਇੰਨੀ ਕੁ ਜ਼ਿਆਦਾ ਸਿੱਖਿਆ ਮਿਲੀ ਹੈਗੀ। ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਹਰ ਇੱਕ ਵਿਸ਼ੇ 'ਤੇ ਹਰ ਇੱਕ ਗੱਲ ਕਹੀ ਹੈਗੀ ਆ, ਹੈ ਨਾ। ਹੁਣ ਜਿੱਦਾਂ ਤੁਸੀਂ ਗੱਲ ਕੀਤੀ ਆ ਸੋਸ਼ਲ ਮੀਡੀਆ 'ਤੇ ਜਿਹੜੀਆਂ ਅੱਜ ਕੱਲ੍ਹ ਲੜਕੀਆਂ ਬਹੁਤ ਜੀ ਜਿਹੜੇ ਆ ਆਪਣਾ ਜਿਸਮ ਦੀ ਨੁਮਾਇਸ਼ ਕਰ ਰਹੇ ਹੈ ਨਾ, ਉਵੇਂ ਹੀ ਅਤੇ ਗੁਰੂ ਸਾਹਿਬ ਜੀ ਨੇ ਵੀ ਇੱਦਾਂ ਦਾ ਕਹਿ ਦਿੱਤਾ ਆ, ਹੋਰ ਤੂੰ ਜੋ ਮਰਜ਼ੀ ਪਾ ਲਾ ਹੈ ਨਾ, ਕਿ ਜਿਹਦੇ ਪਾਉਣ ਦੇ ਨਾਲ ਤੇਰਾ ਤਨ ਜਿਹੜਾ ਦਿਖਦਾ ਹੈਗਾ ਆ ਅਤੇ ਤੇਰੇ ਮਨ ਦੇ ਵਿੱਚ, ਦੂਜਿਆਂ ਦੇ ਮਨ ਦੇ ਵਿੱਚ ਵਿਕਾਰ ਚੱਲਦੇ ਹੈਗੇ ਆ। ਹੁਣ ਤੁਹਾਨੂੰ ਪਤਾ ਹੀ ਆ ਕੁੜੀਆਂ ਸ਼ੋਰਟਸ ਪਾ ਕੇ ਫਿਰਦੀਆਂ ਨੇ, ਹੋਰ ਕੁਝ ਵੀ ਬੜੇ ਇੱਦਾਂ ਦੇ ਜਿਹੜੇ ਪਹਿਰਾਵੇ ਬਣੇ ਹੋਏ ਨੇ, ਜਿਹਨਾਂ ਨੂੰ ਦੇਖ ਕੇ ਦੂਜਿਆਂ ਦੇ ਮਨ ਦੇ ਵਿੱਚ ਵਿਕਾਰ ਆਉਂਦੇ ਨੇ ਹੈ ਨਾ। ਇੱਦਾਂ ਦੇ ਖਿਆਲ ਆਉਂਦੇ ਨੇ ਕਿ ਇਹਨੇ ਕੀ ਪਾਇਆ ਹੋਇਆ, ਜਾਂ ਫਿਰ ਮੁੰਡੇ ਉਹਨਾਂ ਨੂੰ ਦੇਖਦੇ ਨੇ, ਉਹਨਾਂ ਦੇ ਮਨ ਵਿੱਚ ਗਲਤ ਵਿਚਾਰ ਆਉਂਦੇ ਨੇ ਕਿ ਇੱਦਾਂ ਦਾ ਪਹਿਨਣਾ, ਸਾਨੂੰ ਉਹ ਪਹਿਰਾਵਾ ਨਹੀਂ ਪਹਿਨਣਾ ਚਾਹੀਦਾ ਆ ਜਿਹਦੇ ਨਾਲ ਜਿਹੜੇ ਸਾਡੇ ਖਿਆਲ ਜਿਹੜੇ ਆ ਉਹ ਗਲਤ ਹੋਣ, ਨੈਗੇਟਿਵ ਹੋਣ। ਅਤੇ ਮੇਰਾ ਉਹਨਾਂ ਨੂੰ ਇਹੀ ਜਿਹੜਾ ਆ ਹੈਗਾ ਆ ਸੰਦੇਸ਼ ਹੈਗਾ ਆ, ਜਿਹੜੇ ਮਤਲਬ ਮਾਂ ਬਾਪ ਆਪਣੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਸਪੋਰਟ ਕਰਦੇ ਹੈਗੇ ਆ ਕਿ ਇਹ ਗਲਤ ਗੱਲ ਹੈਗੀ ਆ। ਆਪਣੇ ਜਿਸਮ ਨੂੰ ਦਿਖਾਉਣਾ ਕਿਹੜੀ ਵੱਡੀ ਗੱਲ ਹੈਗੀ ਆ ਨਾ। ਤੁਸੀਂ ਸਭ ਤੋਂ ਵੱਡੀ ਸਾਦਗੀ ਦੀ ਗੱਲ ਹੁੰਦੀ ਆ, ਸਾਦਗੀ ਖੂਬਸੂਰਤੀ ਜਿਹੜੀ ਤੁਹਾਡੀ ਹੁੰਦੀ ਆ। ਤੁਸੀਂ ਆਪਣੇ ਜਿਸਮ ਨੂੰ ਦਿਖਾ ਕੇ ਕਿਹੜੀ ਖੂਬਸੂਰਤੀ ਦਿਖਾਉਣਾ ਚਾਹੁੰਦੇ ਆ ਨਾ। ਤੁਹਾਡੇ ਗੁਣਾਂ ਤੋਂ ਤੁਹਾਡੀ ਜਿਹੜੀ ਖੂਬਸੂਰਤੀ ਦੀ ਪਹਿਚਾਣ ਹੁੰਦੀ ਹੈਗੀ ਆ, ਤੁਹਾਡੇ ਕੰਮ ਤੋਂ, ਤੁਹਾਡੇ ਬੋਲ ਚਾਲ ਤੋਂ, ਕਿ ਜਿੱਦਾਂ ਤੁਹਾਡਾ ਬੋਲਣਾ ਆ, ਤੁਸੀਂ ਚੰਗਾ ਬੋਲੋ, ਮਾੜਾ ਨਾ ਬੋਲੋ, ਕਿ ਦੂਜਿਆਂ ਦੇ ਮਨ ਦੇ ਵਿੱਚ ਵਿਕਾਰ ਪੈਦਾ ਹੋਣ ਅਤੇ ਉਹ ਵੀ ਤੁਹਾਨੂੰ ਉਸੇ ਤਰੀਕੇ ਦਾ ਬੋਲਣ ਹੈ ਨਾ। ਕਿ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਜਿਸਮ ਦਿਖਾ ਕੇ ਦੂਜਿਆਂ ਨੂੰ ਮਤਲਬ ਫੇਮਸ ਹੋਣਾ ਜਾਂ ਫੇਮ ਲੈਣਾ। ਇਹ ਤੁਸੀਂ ਇੱਥੇ ਫੇਮਸ ਹੋ ਜਾਓਗੇ ਹੈ ਨਾ, ਤੁਸੀਂ ਪਰਮਾਤਮਾ ਨੂੰ ਕੱਲ੍ਹ ਕੀ ਮੂੰਹ ਦਿਖਾਓਗੇ? ਸਾਡੀਆਂ ਜਿਹੜੀਆਂ ਪਿਛਲੀਆਂ ਪੀੜ੍ਹੀਆਂ ਆ, ਮੈਂ ਕਈ ਵਾਰ ਸੋਚਦੀ ਹੁੰਦੀ ਹਾਂ ਕਿ ਬਚਪਨ ਕਿੰਨਾ ਵਧੀਆ ਹੁੰਦਾ ਹੈਗਾ ਆ। ਜਿਹੜਾ ਹੁਣ ਦਾ ਸਮਾਂ ਅਤੇ ਬਚਪਨ ਦਾ ਸਮਾਂ, ਉਹਦੇ ਵਿੱਚ ਬੜਾ ਫ਼ਰਕ ਆ। ਬੇਸ਼ੱਕ ਮੈਂ ਉਦੋਂ ਪਰਮਾਤਮਾ ਦੇ ਨਾਲ ਨਹੀਂ ਜੁੜੀ ਸੀਗੀ, ਹੁਣ ਪਰਮਾਤਮਾ ਦੇ ਨਾਲ ਜੁੜੀ ਹਾਂ, ਪਰ ਉਸ ਟਾਈਮ 'ਤੇ ਇੱਦਾਂ ਦਾ ਮਾਹੌਲ ਦੇਖਣ ਨੂੰ ਨਹੀਂ ਸੀ ਮਿਲਦਾ ਹੁੰਦਾ। ਬੱਚੇ ਇੰਟਰਨੈਟ ਇੰਨਾ ਚਲਾਉਂਦੇ ਹੈਗੇ ਆ, ਸੋਸ਼ਲ ਮੀਡੀਆ 'ਤੇ ਇੰਨੇ ਰਹਿੰਦੇ ਹੈਗੇ, ਕਈ ਤਾਂ
ਉਹਨਾਂ ਚੀਜ਼ਾਂ ਨੂੰ ਦੇਖ ਕੇ ਨੈਗੇਟਿਵ ਹੋ ਜਾਂਦੇ ਆ ਕਿ ਅਸੀਂ ਵੀ ਇਹ ਕੰਮ ਕਰਨਾ ਆ, ਹੈ ਨਾ। ਉਹਨਾਂ ਦੇ ਪੇਰੈਂਟਸ ਦੁਖੀ ਹੁੰਦੇ, ਤੁਸੀਂ ਦੇਖਦੇ ਆ ਕਿ ਕਿੰਨੀਆਂ ਖੁਦਕੁਸ਼ੀਆਂ ਕਰਦੇ ਆ, ਹੈ ਨਾ। ਪੇਰੈਂਟਸ ਵੀ ਕਰ ਲੈਂਦੇ, ਬੱਚੇ ਵੀ ਕਰ ਲੈਂਦੇ ਆ। ਉਹਦੇ ਤੋਂ ਹੀ ਸਾਨੂੰ ਇੱਕ ਚੀਜ਼ ਦੇਖ ਕੇ ਹੀ ਮੋਟੀਵੇਸ਼ਨ ਮਿਲਦੀ, ਚਾਹੇ ਉਹ ਪੋਜ਼ੀਟਿਵ ਲੈ ਲਓ, ਉਹਨੂੰ ਨੈਗੇਟਿਵ ਲੈ ਲਓ। ਤੁਸੀਂ ਚੰਗੀ ਚੀਜ਼ ਦੇਖੋਗੇ ਤਾਂ ਤੁਹਾਨੂੰ ਪੋਜ਼ੀਟਿਵ ਜਿਹੜੀ ਮੋਟੀਵੇਸ਼ਨ ਮਿਲੂਗੀ, ਮਾੜੀ ਦੇਖੋਗੇ ਤਾਂ ਨੈਗੇਟਿਵ ਮਿਲੂਗੀ। ਸੋ ਸਭ ਤੋਂ ਵੱਡਾ ਤਾਂ ਸੰਦੇਸ਼ ਉਹਨਾਂ ਨੂੰ ਆ ਕਿ ਤੁਸੀਂ ਥੋੜ੍ਹਾ ਸੋਚ ਸਮਝ ਕੇ ਆਪਣੀਆਂ ਜਿਹੜੀਆਂ ਵੀਡੀਓਜ਼ ਬਣਾਓ, ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆ, ਹੋਣ ਵਾਲੀ ਜਿਹੜੀ ਪੀੜ੍ਹੀ ਚੱਲ ਰਹੀ ਆ, ਉਹ ਨਗਨ ਹੋ ਰਹੀ ਆ, ਹੈ ਨਾ। ਜਿਸਮ ਦਿਖਾ ਰਹੀ ਆ ਥੋੜ੍ਹਾ, ਪਰ ਜਿਹੜੇ ਜੇ ਇਹ ਰੀਸ ਲਾ ਰਹੇ ਆ ਬਾਹਰਲੇ ਕਲਚਰਸ ਦੀ, ਹੈ ਨਾ। ਜਿੱਦਾਂ ਬਾਹਰ ਕਲਚਰ ਦੇ ਵਿੱਚ ਉਹਨਾਂ ਦਾ ਕਲਚਰ ਆ ਇਸ ਤਰੀਕਾ ਦਾ ਪਹਿਰਾਵਾ ਪਹਿਨਣਾ, ਪਰ ਉਹਨਾਂ ਦੇ ਕੰਮ ਦੀ ਵੀ ਰੀਸ ਲਗਾਉਣੀ ਚਾਹੀਦੀ ਆ। ਇਹਦਾ ਤਾਂ ਪੜ੍ਹਾਈ ਬਾਰੇ ਤੁਹਾਡੇ ਜਾਣਨਾ ਚਾਹਾਂਗੇ ਤੁਸੀਂ। ਵਿਦਿਅਕ ਜਿਹੜੀ ਵਿੱਦਿਆ ਬੜੀ ਜ਼ਰੂਰੀ ਹੈ, ਸਕੂਲੀ ਸਿੱਖਿਆ ਬੜੀ ਜ਼ਰੂਰੀ ਹੈ, ਮੁੱਢਲੀ ਸਿੱਖਿਆ ਬੜੀ ਜ਼ਰੂਰੀ ਹੈ। ਕਿੰਨੀ ਸਿੱਖਿਆ ਤੁਸੀਂ ਜਿਹੜੀ ਗ੍ਰਹਿਣ ਕੀਤੀ ਹੈ? ਮੈਂ +2 ਆਪਣੇ ਅੱਜੋਵਾਲ ਸਕੂਲ ਤੋਂ ਹੀ ਕੀਤੀ ਹੈਗੀ ਆ। +2 ਤੱਕ ਇੱਥੇ ਪੜ੍ਹੀ ਹੈਗੀ ਆ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਅੱਜੋਵਾਲ। ਅਤੇ ਹੁਣ ਮੈਂ ਮਿਊਜ਼ਿਕ ਦੀ BA ਕਰ ਰਹੀ ਹਾਂ, ਗੌਰਮੈਂਟ ਕਾਲਜ ਜਿਹੜਾ ਹੁਸ਼ਿਆਰਪੁਰ ਹੈਗਾ ਆ। ਅਤੇ ਇੱਥੇ ਦੇ ਟੀਚਰ ਸਾਹਿਬਾਨ ਵੀ ਸਾਰੇ ਵੀ ਬਹੁਤ ਵਧੀਆ ਤਰੀਕੇ ਨਾਲ ਸਿਖਾਉਂਦੇ ਹੈਗੇ ਆ। ਹੁਣ ਵੀ ਮੈਨੂੰ ਥੋੜ੍ਹੀ ਦੇਰ ਪਹਿਲਾਂ ਹੀ ਫੋਨ ਆਇਆ ਹੈਗਾ ਆ ਮੇਰੇ ਟੀਚਰ ਉਹਨਾਂ ਦਾ, ਕਿਉਂਕਿ ਔਨਲਾਈਨ ਕਲਾਸਿਸ ਚੱਲਦੀਆਂ, ਬਹੁਤਾ ਟੀਚਰਸ ਬਾਰੇ ਜਾਣਕਾਰੀ ਨਹੀਂ ਆ। ਨਵਾਂ ਸਾਲ ਚੱਲਿਆ ਹੈਗਾ, ਪਿਛਲੇ ਸਾਲ ਦੇ ਟੀਚਰਸ ਦਾ ਪਤਾ ਸੀ। ਅਤੇ ਹੁਣ ਵੀ ਮੈਨੂੰ ਮੈਮ ਦਾ ਫੋਨ ਆਇਆ, ਉਹ ਕਹਿੰਦੇ ਕਿ ਕੱਲ੍ਹ ਨੂੰ ਕਾਲਜ ਦੇ ਵਿੱਚ ਆ ਕੇ ਮੈਨੂੰ 12:30 ਵਜੇ ਮਿਲਣਾ ਆ, ਅਤੇ ਉੱਥੇ ਤੂੰ ਜਿਹੜਾ ਯੂਥ ਫੈਸਟੀਵਲ ਹੋਣਾ ਹੈਗਾ ਉੱਥੇ ਹਾਰਮੋਨੀਅਮ ਪਲੇਅ ਕਰਨਾ, ਜਾਂ ਫਿਰ ਤੂੰ ਵੋਕਲ ਲੈਣਾ ਜਾਂ ਇੰਸਟਰੂਮੈਂਟ ਲੈਣਾ। ਉਹ ਕੱਲ੍ਹ ਜਾ ਕੇ ਸਾਰੀ ਮੈਡਮ ਦੇ ਨਾਲ ਗੱਲਬਾਤ ਹੋਏਗੀ ਅਤੇ ਮੈਮ ਦੱਸਣਗੇ। ਅਤੇ ਬਹੁਤ ਵਧੀਆ ਪੜ੍ਹਾਈ ਰਹੀ ਆ ਮੈਨੂੰ ਬਹੁਤ ਵਧੀਆ ਲੱਗਦਾ। ਮੇਰੇ ਘਰਦਿਆਂ ਨੂੰ ਵੀ ਮੇਰੇ 'ਤੇ ਮਾਣ ਹੁੰਦਾ। ਪਰਮਾਤਮਾ ਨੇ ਇੰਨਾ ਮੈਨੂੰ ਬਲ ਬਖਸ਼ਿਆ ਹੈਗਾ, ਇੰਨੀ ਬੁੱਧੀ ਬਖਸ਼ੀ ਹੈਗੀ, ਸਮੱਤ ਬਖਸ਼ੀ ਹੈਗੀ, ਉਹਨਾਂ ਦੀ ਮਿਹਰ ਆ ਪੂਰੀ ਪਰਮਾਤਮਾ ਦੀ। ਯਾਨੀ ਕੀਰਤਨ ਦੇ ਨਾਲ ਨਾਲ ਤੁਸੀਂ ਜਿਹੜੀ ਆਪਣੀ ਵਿੱਦਿਆ ਹਾਲੇ ਉਹ ਜਿਹੜੀ ਹੈ ਅੜਮ ਕਰ ਰਹੇ ਹੋ, ਹਾਲੇ ਪੜ੍ਹਾਈ ਵੀ ਨਾਲ ਨਾਲ ਤੁਸੀਂ ਜਾਰੀ ਰੱਖੀ ਹੋਈ? ਹਾਂਜੀ, ਜਦੋਂ ਮੈਂ +2 'ਚ ਸੀ, ਮੈਂ ਕੀਰਤਨ ਕਰਨਾ ਦਾ ਮਤਲਬ ਉਦੋਂ ਹੀ ਸ਼ੁਰੂ ਕਰ ਦਿੱਤਾ ਸੀ। ਸਿੱਖਣਾ ਮੈਂ 10ਵੀਂ 'ਚ ਸ਼ੁਰੂ ਕੀਤਾ ਸੀ, ਜਦੋਂ ਮੈਂ 10ਵੀਂ 'ਚ ਸੀ। BA ਹੁਣ ਮੈਂ ਕਰ ਰਹੀ ਹਾਂ, ਅਤੇ ਨਾਲ ਨਾਲ ਮੇਰੀ ਪੜ੍ਹਾਈ ਵੀ ਚੱਲ ਰਹੀ ਆ। ਜਦੋਂ ਪ੍ਰੋਗਰਾਮ ਆਉਂਦਾ ਕੀਰਤਨ ਦਾ, ਉੱਥੇ ਵੀ ਚਲੇ ਜਾਈਦਾ ਆ। ਫ੍ਰੀ ਸੇਵਾ ਕੋਈ ਕਹਿੰਦਾ, ਨਿਸ਼ਕਾਮ ਸੇਵਾ ਵੀ ਕਰ ਦਈਦੀ ਆ, ਇੱਦਾਂ ਦੀ ਕੋਈ ਗੱਲ ਨਹੀਂ। ਅਤੇ ਜਿੱਧਰਲੇ ਪਾਸੇ ਮਤਲਬ ਪਰਮਾਤਮਾ ਨੇ ਸੇਵਾ ਲੈਣੀ, ਉੱਥੇ ਪਰਮਾਤਮਾ ਭੇਜ ਦਿੰਦਾ ਹੈ। ਇਹ ਸੀ ਕਿਰਨ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਡਾਕ ਟੈਲੀਵਿਜ਼ਨ ਲਈ ਸਮਾਂ ਕੱਢਿਆ। ਇਹ ਸੀ ਸਾਡੇ ਨਾਲ ਕਿਰਨਦੀਪ ਕੌਰ, ਜਿਨ੍ਹਾਂ ਨੇ ਗੱਲਾਂ ਬਾਤਾਂ ਕੀਤੀਆਂ ਆਪਣੇ ਪਰਿਵਾਰ ਬਾਰੇ, ਪਿਛੋਕੜ ਬਾਰੇ, ਅਤੇ ਸਾਨੂੰ ਦੱਸਿਆ ਕਿ ਕਿਵੇਂ ਉਹ ਗੁਰੂ ਦੇ ਦਿਖਾਏ ਮਾਰਗ 'ਤੇ ਚੱਲੇ ਨੇ। ਮਾਪਿਆਂ ਨੂੰ ਵੀ ਸੰਦੇਸ਼ ਦਿੱਤਾ ਉਹਨਾਂ ਨੇ ਕਿ ਬੱਚਿਆਂ ਨੂੰ ਮੋਬਾਈਲ ਤੋਂ, ਗੇਮਿੰਗ ਤੋਂ ਅਤੇ ਭੱਦੇ ਫੈਸ਼ਨ ਤੋਂ ਜਿਹੜਾ ਆ ਦੂਰ ਰੱਖਣ ਦੇ ਲਈ ਉਹਨਾਂ ਨੂੰ ਗੁਰੂ ਦੇ ਲੜ ਲਗਾਉਣ ਦੇ ਲਈ ਜਿਹੜੇ ਨੇ ਉਹ ਕਦਮ ਚੁੱਕਣ, ਉਹਨਾਂ ਨੂੰ ਸਮਝਾਉਣ, ਉਹਨਾਂ ਨੂੰ ਪ੍ਰੇਰਿਤ ਕਰਨ, ਉਤਸ਼ਾਹਿਤ ਕਰਨ, ਤਾਂ ਹੀ ਇੱਕ ਸੋਹਣੇ ਸਮਾਜ ਦੀ ਜਿਹੜੀ ਹੈ ਉਹ ਸਿਰਜਣਾ ਕੀਤੀ ਜਾ ਸਕਦੀ ਹੈ। ਸਾਡੀ ਇਹ ਕੋਸ਼ਿਸ਼ ਤੁਹਾਨੂੰ ਕਿਹੋ ਜਿਹੀ ਲੱਗੀ, ਜ਼ਰੂਰ ਕਮੈਂਟ ਕਰਕੇ ਆਪਣੀਆਂ ਟਿੱਪਣੀਆਂ ਕਰਕੇ ਜ਼ਰੂਰ ਦੱਸਿਆ ਕਰੋ। ਤੁਹਾਡੇ ਕਮੈਂਟਸ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ। ਨਵੀਂ ਕਿਸੇ ਵਧੀਆ ਜਾਣਕਾਰੀ ਦੇ ਨਾਲ, ਹੋਰ ਵੀਡੀਓਜ਼ ਦੇ ਨਾਲ ਅਤੇ ਖਬਰਾਂ ਦੇ ਨਾਲ ਲਗਾਤਾਰ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ, ਕਰਦੇ ਹਾਂ ਵਾਅਦਾ। ਫਿਲਹਾਲ ਦੇ ਲਈ ਕੈਮਰਾ ਪਰਸਨ ਪਾਰਸ ਕਪੂਰ ਦੇ ਨਾਲ ਆਪਣੇ ਦੋਸਤ ਗੋਬਿੰਦਜੀਤ ਸਿੰਘ ਨੂੰ ਦਿਓ ਇਜਾਜ਼ਤ। ਅਤੇ ਜੇਕਰ ਹਾਲੇ ਤੱਕ ਤੁਸੀਂ ਡਾਕ ਟੈਲੀਵਿਜ਼ਨ ਦੇ ਪੇਜ ਨੂੰ ਲਾਈਕ ਅਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਫੇਸਬੁੱਕ ਅਤੇ YouTube 'ਤੇ ਲਾਈਕ ਅਤੇ ਸਬਸਕ੍ਰਾਈਬ ਵਾਲਾ ਬਟਨ ਜਿਹੜਾ ਹੈ ਜ਼ਰੂਰ ਪ੍ਰੈਸ ਕਰ ਲੈਣਾ, ਤਾਂ ਕਿ ਸਮੇਂ-ਸਮੇਂ ਦੇ ਉੱਤੇ ਅਜਿਹੀਆਂ ਜਾਣਕਾਰੀਆਂ, ਅਜਿਹੀਆਂ ਵੀਡੀਓਜ਼ ਅਤੇ ਤਾਜ਼ਾ ਜਿਹੜੀਆਂ ਖਬਰਾਂ ਨੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀਆਂ ਰਹਿਣ। ਧੰਨਵਾਦ, ਸ਼ੁਕਰੀਆ।